ਦਰਸ਼ਕੋ ਅੱਜ ਅਸੀਂ ਇੱਕ ਖਾਸ ਐਕਟ ਬਾਰੇ ਗੱਲਬਾਤ ਕਰਾਂਗੇ ਕਿ ਇਹ ਜੋ ਆਪਾਂ ਕਹਿੰਦੇ ਹੈਗੇ ਆ ਇਹ ਐਕਟ ਕੀ ਹੈ ਕਿ ਹੁਣ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੈਗਾ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਿੰਡਾਂ ਵਿੱਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਹੈਗੀਆਂ ਜਿਹਦੇ ਵਿੱਚ ਕੁਝ ਪੋਲੀਟੀਕਲ ਲੀਡਰ ਨੇ ਵੀ ਮੁੱਦਾ ਚੁੱਕਿਆ ਹੈਗਾ ਕਿ ਗਲਤ ਹੋ ਰਹੀਆਂ ਹੈਗੀਆਂ ਜਿਹੜਾ ਕਿ ਕੰਪਲੀਟ ਨਾਨ ਅਵੇਲੇਬਲ ਅਫੈਂਸ ਹੈਗਾ। ਇਹ ਇਸ ਵਿਸ਼ੇ ਤੇ ਅਸੀਂ ਡਿਟੇਲ ਵਿੱਚ ਗੱਲਬਾਤ ਕਰਾਂਗੇ। ਇਹ ਐਕਟ ਕੀ ਹੈਗਾ ਤੇ ਕਿਉਂ ਇਹ ਲਗਾਇਆ ਜਾਂਦਾ ਹੈਗਾ, ਬਾਕੀ ਪੰਜਾਬ ਪੁਆਇੰਟ ਆਫ ਵਿਊ ਨਾਲ ਪੰਜਾਬ ਵਿੱਚ ਕੀ ਕੁਝ ਹੋ ਰਿਹਾ ਉਹ ਵੀ ਆਪਾਂ ਕਰਾਂਗੇ। ਸਾਡੇ ਨਾਲ ਜੁੜੇ ਨੇ ਸ਼੍ਰੀ ਪ੍ਰਿੰਸ ਰਾਏ ਟਾਂਡਾ ਜੀ, ਬਹੁਤ ਰਾਊਂਡ ਐਡਵੋਕੇਟ ਹੈਗੇ ਆ, ਸਾਬਕਾ ਐਮਐਲਏ ਵੀ ਰਹੇ ਹੈਗੇ ਆ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਰਹੇ ਹੈਗੇ, ਮੌਜੂਦਾ ਮੈਂਬਰ ਹੈਗੇ। ਟਾਂਡਾ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ। ਤੋਂ ਪਹਿਲਾਂ ਨਹੀਂ ਸੀ ਇਹਦੀਆਂ ਗ੍ਰਿਫਤਾਰੀਆਂ ਬਾਰੇ ਟਾਂਡਾ ਸਾਹਿਬ ਸੁਣਿਆ। ਐਕਟ ਤਾਂ ਆਪਾਂ ਬਾਅਦ 'ਚ ਕਰਦੇ। ਇਹ ਜਿਹੜੀਆਂ ਲੇਟੈਸਟ ਗ੍ਰਿਫਤਾਰੀਆਂ ਹੋ ਰਹੀਆਂ ਹੈਗੀਆਂ ਵੱਖ-ਵੱਖ ਖਾਸ ਤੌਰ ਤੇ ਹੈ ਵੀ ਉਹ ਗਰੀਬ ਵਰਗ ਦੇ ਜਿਹੜੇ ਨੌਜਵਾਨ ਹੈਗੇ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋਗੇ ਇਨ ਜਨਰਲ? ਬਾਕੀ ਗੱਲ ਐਕਟ ਬਾਅਦ 'ਚ ਕਰਦੇ ਆ ਆਪਾਂ। ਸਰ ਇਹ ਗ੍ਰਿਫਤਾਰੀਆਂ ਦੀ ਤਾਂ ਹੁਣ ਐਵੀਡੈਂਸ ਦੀ ਵਜ੍ਹਾ ਪੁਲਿਸ ਹੀ ਦੇ ਸਕਦੀ ਹੈ ਕਿ ਕਿਹੜੇ ਐਵੀਡੈਂਸ ਦੀ ਬੇਸ ਦੇ ਉੱਤੇ ਉਹਨਾਂ ਨੂੰ ਅਰੈਸਟ ਕਰ ਰਹੇ। ਐਪਰੈਂਟਲੀ ਇਨਵੋਕ ਕਰ ਰਹੇ ਹੈ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ। ਇਹਦਾ ਭਾਵ ਇਹੀ ਹੁੰਦਾ ਹੈ ਜਿੱਥੇ ਇਸ ਐਕਟ ਦੇ ਮੁਤਾਬਕ ਜੇ ਕੋਈ ਡਿਸਰਪਟਿਵ ਐਕਟੀਵਿਟੀਜ਼ ਫੋਰਨ ਸੋਇਲ ਤੋਂ ਕਰਨ ਤਾਂ ਵੀ ਕੇਸ ਰਜਿਸਟਰ ਹੋਇਆ ਕਰ ਸਕਦੇ हैं। ਜੇ ਉਹ ਫੋਰਨ ਸੋਇਲ ਤੋਂ ਇੰਡੀਅਨ ਸੋਇਲ ਦੇ ਵਿੱਚ ਕੰਟੈਕਟ ਕਰਕੇ ਕਰਨ, ਕੌਨਸਪੀਰੇਸੀ ਬਣਾਉਣ, ਇੰਡੀਆ ਨੂੰ ਡਿਸਇੰਟੈਗਰੇਟ ਕਰਨ ਦੀ ਕੋਸ਼ਿਸ਼ ਕਰਨ ਜਾਂ ਆਰਮਡ ਸਟਰਗਲ ਕਰਨ ਜਾਂ ਕੌਨਸਪੀਰੇਸੀ ਬਣਾਉਣ, ਇਹ ਉਹਨੂੰ ਕਵਰ ਕਰਨ ਲਈ ਐਕਟ ਹੈ। ਬਹੁਤ ਪੁਰਾਣਾ ਐਕਟ ਹੈ 1967 ਦਾ। ਹਾਂਜੀ ਹਾਂਜੀ। ਇਹ 2008 ਦੇ ਵਿੱਚ ਇਹਦੇ 'ਚ ਤਰਤੀਬ ਕੀਤੀਆਂ ਸੀ। ਉਹਦੇ ਵਿੱਚ ਕਾਫੀ ਨਵੀਆਂ ਚੇਂਜਸ ਆਈਆਂ ਪਰ ਬੇਸਿਕ ਕੌਨਸਟੀਟਿਊਸ਼ਨ ਐਕਟ ਦਾ ਸੇਮ ਹੀ। ਉਹਦੇ ਵਿੱਚ ਕੁਝ ਇੱਕ ਦੋ ਡੈਫੀਨੇਸ਼ਨਸ ਚੇਂਜ ਕੀਤੀਆਂ ਸੀਗੀਆਂ ਤਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਜੇ ਕੋਈ ਬੈਠ ਕੇ ਹਿੰਦੁਸਤਾਨ ਦੇ ਖਿਲਾਫ ਕਰਦਾ ਉਹਦਾ ਕੇਸ ਰਜਿਸਟਰ ਕੀਤਾ ਜਾ ਸਕਦਾ ਹੈ। ਜਾਂ ਕੌਨਸਪੀਰੇਸੀ ਕਰਦੇ ਆ ਜਾਂ ਪੈਸੇ ਭੇਜਦੇ ਆ ਜਾਂ ਇਲੈਕਟ੍ਰੋਨਿਕ ਮੀਡੀਅਮ ਦੇ ਨਾਲ ਕਰਦੇ ਆ, ਜਿਹੜੀਆਂ ਚੇਂਜਸ 67 ਦੇ ਬਾਅਦ ਆਈਆਂ ਉਹਦੇ ਅਨੁਸਾਰ ਅਪਡੇਟ ਕੀਤਾ ਹੈ। ਡਾਕਟਰ ਸਾਹਿਬ ਐਕਟ ਦੇ ਤਾਂ ਪ੍ਰੋਪਰ ਆਪਾਂ ਥੋੜਾ ਜਿਹਾ ਬਾਅਦ 'ਚ ਕਰਦੇ ਹਾਂ, ਪਹਿਲਾਂ ਥੋੜਾ ਜਿਹਾ ਆਮ ਲੋਕਾਂ ਦੇ ਜਿਨ੍ਹਾਂ ਦੇ ਖਦਸ਼ੇ ਹੁੰਦੇ ਉਹ ਵਾਲੇ ਕਰਦੇ ਹੈਗੇ ਆ। ਮੰਨ ਲਓ ਕਿਤੇ ਕੋਈ ਨੌਜਵਾਨ, ਤੁਹਾਨੂੰ ਪਤਾ ਯੰਗ ਬਲੱਡ ਹੁੰਦਾ ਹੈਗਾ, ਕਈ ਇਨੋਸੈਂਟ ਵੀ ਹੋ ਸਕਦੇ, ਲੈਕ ਆਫ ਨੌਲੇਜ ਵੀ ਹੋ ਸਕਦੇ ਹੈਗੇ, ਹੋ ਸਕਦੇ ਇੱਦਾਂ ਦੇ ਐਲੀਮੈਂਟ ਨਾਲ ਜਿਹਦੇ ਵਿੱਚ ਗਵਰਨਮੈਂਟ ਫੀਲ ਕਰਦੀ ਇਹ ਕੰਟਰੀ ਦੇ ਅਗੇਂਸਟ ਜਾ ਰਿਹਾ ਹੈਗਾ, ਉਹ ਕੋਈ ਇਸ ਤਰ੍ਹਾਂ ਦਾ ਹੋ ਸਕਦਾ ਉਹਦੀ ਇਨਵੋਲਵਮੈਂਟ ਹੋਵੇ, ਮਤਲਬ ਵਿਦਆਊਟ ਨੌਲੇਜ ਨੋਇੰਗ ਇਟਸ ਰਿਪਰਕਸ਼ਨ। ਪਰ ਯਕਦਮ ਇੱਕ ਉਹ ਜਿਹੜਾ ਹੈਗਾ ਐਕਟ ਲਗਾ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਦੇਣਾ, ਕੋਈ ਇਹਦੇ ਵਿੱਚ ਕਾਉਂਸਲਿੰਗ ਜਾਂ ਕੁਛ ਇੱਦਾਂ ਜਿਹੜਾ ਹੈਗਾ ਲੋਕਲ ਪੁਲਿਸ ਜਾਂ ਉਹ ਕਰੋਨਿਕ ਇਸ ਮਾਮਲੇ 'ਚ ਜੁੜਿਆ ਹੈਗਾ, ਇਹਦੇ ਵਿੱਚ ਹਿਊਮਨ ਐਲੀਮੈਂਟ ਨਹੀਂ ਕੁਛ ਇਨਵੋਲਵਡ, ਹਿਊਮਨ ਐਂਗਲ? ਪਰ ਜੀ ਹਿਊਮਨ ਐਲੀਮੈਂਟ ਤਾਂ ਹਰ ਕੇਸ 'ਚ ਹੋਣਾ ਚਾਹੀਦਾ। ਜਿੱਥੇ ਮੈਟਰੀਮੋਨੀਅਲ ਕੇਸ 'ਚ ਛੋਟਾ ਜਿਹਾ ਕੇਸ ਹੈ ਉਹਦੇ 'ਚ ਵੀ ਹਿਊਮਨ ਐਂਗਲ ਹੋਣਾ ਚਾਹੀਦਾ। ਹਰ ਕੇਸ 'ਚ ਕ੍ਰਿਮੀਨਲ ਕੇਸ ਬਣਾ ਦੇਣਾ, ਐਵੀਡੈਂਸ ਹੋਵੇ ਨਾ ਹੋਵੇ ਕੇਸ ਰਜਿਸਟਰ ਕਰ ਲੈਣਾ, ਇਹ ਬੜੀ ਬਹੁਤ ਵੀਕ ਇਨਵੈਸਟੀਗੇਸ਼ਨ ਹੈ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੀ, ਸਾਇੰਟੀਫਿਕ ਹੈ ਨਹੀਂ। ਉਹਨਾਂ ਦੇ ਉੱਤੇ ਕੋਈ ਰੋਕਥਾਮ ਨਹੀਂ, 4-4 5-5 ਇਨਵੈਸਟੀਗੇਸ਼ਨਾਂ ਕਰੀ ਜਾਂਦੇ ਹੈ। ਇਹ ਮਿਸਯੂਜ਼ ਆਫ ਪ੍ਰੋਵੀਜ਼ਨਸ ਆਫ ਲਾਅ ਹੁੰਦਾ ਹੈ। ਇਹ ਵੀ ਹੁੰਦਾ ਹੋਊਗਾ ਡੈਫੀਨੇਟਲੀ। ਜਿਹੜੀ ਅਨਲੌਫੁਲ ਐਕਟੀਵਿਟੀਜ਼ ਦਾ ਐਕਟ ਹੈ ਇਹਦੀ ਵੀ ਮਿਸਯੂਜ਼ ਹੁੰਦੀ ਹੈ ਇਸੇ ਕਰਕੇ। ਹੁਣ ਤੁਸੀਂ ਦੇਖਿਆ ਸਾਰੀ ਦੁਨੀਆ ਨੂੰ ਪਤਾ ਕਈ ਐਨਕਾਊਂਟਰਸ 'ਚ ਬੰਦੇ ਮਾਰੇ ਗਏ, ਪਰ ਸਟੇਟ ਹਾਲੇ ਤਾਂ ਕਹੀ ਜਾਂਦੀ ਹੈ, ਪੁਲਿਸ ਕਹੀ ਜਾਂਦੀ ਨਹੀਂ ਇਹ ਤਾਂ ਜੈਨੂਇਨ ਐਨਕਾਊਂਟਰ ਹੈ। ਐਂਡ ਅਸੀਂ ਪੰਜਾਬ 'ਚ ਵੀ ਫੇਸ ਕੀਤਾ ਇਸ ਕਿਸਮ ਦਾ ਮਾਹੌਲ ਰਿਹਾ। ਐਂਡ ਸਾਰੇ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ। ਇਨਫੈਕਟ ਇਹ ਹੋਣੀਆਂ ਨਹੀਂ ਚਾਹੀਦੀਆਂ। ਦੇਖੋ ਜਦ ਤੁਸੀਂ ਇੱਕ ਵੈਲਫੇਅਰ ਸਟੇਟ ਬਣਾਈ ਹੈ, ਦੇਖੋ ਨਿਹੱਥੇ 100 ਚਲੇ ਜਾਣ ਲੋਕ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੋਇਆ, 100 ਚਲੇ ਜਾਣ, ਪਰ ਨਿਹੱਥਾ ਇੱਕ ਨਜਾਇਜ਼ ਨਹੀਂ ਫਸਣਾ ਚਾਹੀਦਾ। ਐਸੈਂਸ ਆਫ ਲਾਅ ਤਾਂ ਇਹ ਚਾਹੀਦਾ। ਟੱਚ ਆਫ ਸਟੋਨ ਇੰਨਾ ਸਟਰੋਂਗ ਚਾਹੀਦਾ ਹੈ ਕਿ ਤੁਸੀਂ ਹਰ ਐਂਗਲ ਤੋਂ ਦੇਖੋ। ਇਨਫੈਕਟ ਕੇਸ ਬਿਲਡ ਕਰਨਾ ਚਾਹੀਦਾ। ਹੁਣ ਤੁਸੀਂ ਡਿਵੈਲਪਡ ਕੰਟਰੀਜ਼ ਦੇਖੋ, ਉੱਥੇ ਕਿਸੇ ਨੂੰ ਹੱਥ ਨਹੀਂ ਲਾਉਂਦੇ ਜਦ ਤੱਕ ਕੇਸ ਡਿਵੈਲਪ ਨਹੀਂ ਕਰ ਲੈਂਦੇ, ਫੋਲੋ ਕਰੀ ਜਾਂਦੇ ਆਪਣੇ ਸੀਕ੍ਰੀਟ ਲੈਵਲ ਤੇ ਕਰੀ ਜਾਂਦੇ ਅਫਸਰ ਮਗਰ ਲੱਗੇ ਰਹਿੰਦੇ ਹੈਗੇ 100%। ਤੁਸੀਂ ਦੇਖੋ ਇੰਗਲੈਂਡ ਦੇ ਵਿੱਚ ਵੀ
ਇਹ इंस्टांस ਹੋਏ ਆ, ਫਰਾਂਸ ਵੀ इंस्टांस ਹੋਏ ਆ ਜਿੱਥੇ ਲੋਨ ਵੁਲਫ ਨੇ ਜਾ ਕੇ ਅਟੈਕਸ ਕੀਤੇ, ਬੰਦੇ ਮਾਰੇ, ਚਾਕੂਆਂ ਨਾਲ ਮਾਰੇ, ਬੰਦੂਕਾਂ ਚਲਾਈਆਂ। ਉਹਨਾਂ ਨੂੰ 3-3 ਸਾਲ ਪਹਿਲਾਂ ਦਾ ਪਤਾ ਸੀ ਕਿ ਬੰਦਾ ਕਿਤੇ ਨਾ ਕਿਤੇ ਡਾਕਟਰਿਨ ਹੋਇਆ ਉਹ ਰਲਿਆ ਹੋਇਆ ਡਿਸਰਪਟਿਡ ਐਕਟੀਵਿਟੀਜ਼ ਲਈ, ਪਰ ਉਹਨਾਂ ਕੋਲ ਕੋਈ ਠੋਸ ਸਬੂਤ ਨਹੀਂ ਸੀ, ਉਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ। ਹਲੇ ਕਿ ਉਹ ਕ੍ਰਾਈਮ ਨੂੰ ਵੀ ਅੰਜਾਮ ਦੇ ਗਿਆ ਬੰਦਾ, ਬਟ ਫਿਰ ਵੀ ਅਰੈਸਟ ਨਹੀਂ ਕੀਤਾ। ਇਹੀ ਤਰੀਕਾ ਚਾਹੀਦਾ ਹੈ ਕਿ ਇਹ ਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿਤੇ ਕੇਸ ਰਜਿਸਟਰ ਕਰਨ ਤੋਂ ਪਹਿਲਾਂ ਉਹਨੂੰ ਫੋਲੋ ਕਰਕੇ ਪ੍ਰੋਪਰ ਕੇਸ ਰਜਿਸਟਰ ਹੋਣਾ ਚਾਹੀਦਾ ਵਿਦ ਐਵੀਡੈਂਸ। ਇਹੀ ਵਜ੍ਹਾ ਹੈ ਕਿ ਕੋਰਟ 'ਚ ਜਾ ਕੇ ਸਾਰੇ ਕੇਸ ਢਹਿ ਜਾਂਦੇ ਆ। ਹੁਣ ਇਹਨਾਂ ਨੇ, ਮੇਰਾ ਖਿਆਲ ਹੈ ਤਕਰੀਬਨ 90+ ਕੇਸਿਸ ਅੱਜ ਤੱਕ ਪੰਜਾਬ 'ਚ ਰਜਿਸਟਰ ਹੋਏ ਆ ਜਦ ਤੋਂ ਅਮੈਂਡਮੈਂਟ ਹੋਈ ਹੈ 2008 ਦੇ ਬਾਅਦ, ਐਂਡ ਉਹਦੇ ਵਿੱਚ 40-45 ਕੇਸ ਭਰੀ ਹੋ ਚੁੱਕੇ ਹੈ। ਕੁਝ ਇਨੀਸ਼ੀਅਲ ਸਟੇਜ ਤੇ ਚਾਰਜ ਹੀ ਨਹੀਂ ਲੱਗੇ। ਠੀਕ ਹੈ, ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀਕ੍ਰੇਟ, ਤੁਸੀਂ ਸੀਕ੍ਰੇਟ ਇਨਫੋਰਮੇਸ਼ਨ ਨੂੰ ਡਿਵੈਲਪ ਕਰੋ, ਐਵੀਡੈਂਸ ਲੈ ਕੇ ਆਓ, ਫਿਰ ਫੜੋ ਬੰਦੇ ਨੂੰ। ਤੁਸੀਂ ਸਟ੍ਰੇਟ ਵੇ ਫੜ ਲੈਂਦੇ ਹੋ। ਇੱਥੇ ਦਾ ਕਾਨੂੰਨ ਇਹ ਹੈ ਕਿ ਐਵੀਡੈਂਸ ਬਾਅਦ ਚ ਕਲੈਕਟ ਕਰਦੇ ਆ, ਬੰਦੇ ਨੂੰ ਪਹਿਲਾਂ ਫੜ ਲੈਂਦੇ। ਇਹ ਕਿਸ ਕਿਸਮ ਦਾ ਕਾਨੂੰਨ? ਮੰਨ ਲਓ NIA ਨੇ ਕੁਝ ਇਨਫੋਰਮੇਸ਼ਨ ਪੰਜਾਬ ਸਰਕਾਰ ਨਾਲ ਸ਼ੇਅਰ ਕੀਤੀ ਹੈਗੀ ਆ, ਉਹਨਾਂ ਕੋਲ ਆਊਟਪੁੱਟ ਆਉਂਦੇ ਰਹਿੰਦੇ ਹੈਗੇ ਆ, ਇਨਪੁਟ ਇਸ ਤਰ੍ਹਾਂ ਦੇ ਆਉਂਦੇ ਰਹਿੰਦੇ ਹੈਗੇ ਆ, ਉਹ ਕੋਈ ਸਟੇਟ ਗਵਰਨਮੈਂਟ ਕੋਈ ਕੰਸਰਨਡ ਐਸਐਸ ਜਾਂ ਉੱਪਰਲੇ ਜਿਹੜੇ ਅਫਸਰਾਂ ਦਾ ਇੱਕ ਟੀਮ ਬਣ ਕੇ ਉਹਨੂੰ ਆਪਣੇ ਲੈਵਲ ਤੇ ਇਨਵੈਸਟੀਗੇਟ ਕਰਕੇ ਫਿਰ ਉਹ ਤੋਂ ਬਾਅਦ ਚ ਕਰੇ। ਜੇ ਲੋਕੀ ਹਿਊ ਐਂਡ ਕਰਾਈ ਹੁੰਦੀ ਹੈਗੀ, ਫਿਰ ਉਹ ਆਪਣੇ ਜਿਹੜੀ ਸਟੇਟ ਗਵਰਨਮੈਂਟ ਉਹਦਾ ਇੱਕ ਕੁਛ ਰਿਸਪੌਂਸ ਤਾਂ ਦੇਵੇ ਵੀ ਆ ਇਸ ਕੇਸ ਵਿੱਚ ਫੜਿਆ। ਉਹ ਗਵਰਨਮੈਂਟ ਤਾਂ ਸਾਇਲੈਂਟ ਹੈ ਉਹਦੇ ਬਾਰੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਰਿਸਪੌਂਸ ਤਾਂ ਦਿੰਦੇ ਆ, ਕਾਹਦੇ ਲਈ ਫੜੇ, ਪਰ ਉਹਦਾ ਜਿਹੜਾ ਠੋਸ ਪੁਖਤਾ ਸਬੂਤ ਹੁੰਦਾ ਉਹ ਨਹੀਂ ਹੁੰਦਾ, ਉਹ ਡਿਵੈਲਪ ਵੀ ਨਹੀਂ ਹੁੰਦਾ। ਹੈ ਕਿ ਇਹ ਵਰਲਡ ਦੀਆਂ ਕਈ ਜਦੋਂ ਕਿਸੇ ਦੇ ਘਰ ਆਉਂਦੇ ਫੰਡ ਆਉਂਦੇ ਹੈਗੇ ਆ, ਉਹ ਦੱਸਦੇ ਵੀ ਆਹ ਚਾਰਜਸ ਹੈਗੇ ਆ, ਉਹ ਤਾਂ ਸਰ ਇੰਨਾ ਲਿਖ ਲੈਂਦੇ ਆ, ਖੁਫੀਆ ਰਿਪੋਰਟ ਤੋਂ ਪਤਾ ਲੱਗਿਆ ਕਿ ਇਹ ਐਂਟੀ ਗਵਰਨਮੈਂਟ ਐਕਟੀਵਿਟੀਜ਼ ਚ ਇਨਵੋਲਵਡ ਹੈ, ਆਰਮ ਸਟਰਗਲ ਕਰਨ ਲਈ ਲੋਕਾਂ ਦੀ ਮਦਦ ਕਰ ਰਿਹਾ ਹੈ, ਸਟੇਟ ਤੇ ਅਟੈਕ ਕਰਨ ਲੱਗਾ, ਕਨਸਪੀਰੇਸੀ ਬਣਾ ਰਿਹਾ, ਆਹ ਲਿਖ ਰਹੇ ਆ, ਖੁਫੀਆ ਸੋਰਸ ਤੋਂ ਪਤਾ ਲੱਗਿਆ, ਫੜ ਕੇ ਲੈ ਜਾਂਦੇ ਬੰਦੇ। ਹਾਂਜੀ। ਚਲੋ ਖੈਰ, ਨੌਜਵਾਨ ਨੇ ਤਾਂ ਉਹ ਡਰਦੇ ਮਾਰੇ ਉਹ ਸੁਸਾਈਡ ਵੀ ਕਰ ਲਿਆ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਢਾਂਡਾ ਸਾਹਿਬ? ਇਟਸ ਵੈਰੀ ਅਨਫੋਰਚੂਨੇਟ। ਹਾਂਜੀ, ਤੁਸੀਂ ਇੱਕ ਨੌਜਵਾਨ ਨੂੰ ਮੰਨ ਲਓ 18 ਤੋਂ 25 ਸਾਲ ਦੀ ਉਮਰ ਦਾ ਬੰਦਾ, ਉਹ ਹੋ ਸਕਦਾ ਹੈ ਉਹਨੂੰ ਅੱਜ ਕੱਲ੍ਹ ਦੇਖੋ ਲੋਕੀ ਅਪਰੋਚ ਕਰ ਲੈਂਦੇ ਆ ਸੋਸ਼ਲ ਮੀਡੀਆ ਦੇ ਥਰੂ, ਉਹ ਕਿਸੇ ਨਾਲ ਗੱਲਬਾਤ ਵੀ ਕਰਨ ਲੱਗ ਗਿਆ, ਕਿਸੇ ਦੀਆਂ ਪੈਂਟ ਅਪ ਫੀਲਿੰਗਸ ਵੀ ਹੁੰਦੀਆਂ, ਉਹ ਫੀਲਿੰਗਸ ਵੀ ਐਕਸਪ੍ਰੈਸ ਕਰ ਦਿੰਦਾ। ਤੁਸੀਂ ਉਹਦੇ ਜਦ ਕੰਟੈਕਟ, ਇਹ ਜਿਹੜੇ ਸ਼ੈਤਾਨ ਹੈ ਜਿਹੜੇ ਫਸਾਣਾ ਚਾਹੁੰਦੇ ਆ, ਆਪਣੀ ਐਕਟੀਵਿਟੀ ਚ ਲਿਆਉਣਾ ਚਾਹੁੰਦੇ, ਉਹ ਬੜੇ ਸਮਾਰਟ ਹੈ। ਐਂਡ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ, ਫਿਲਟਰਸ ਲੱਗੇ ਹੋਏ ਆ ਗਵਰਨਮੈਂਟ ਦੇ, ਫਿਲਟਰਸ ਆ ਜਾਂਦੀ ਹੈ ਕਿ ਫਲਾਣੇ ਬੰਦੇ ਨੇ ਰੈਗੂਲਰ ਟੈਲੀਫੋਨ ਕਰ ਰਿਹਾ ਫੋਰਨ ਡੈਸਟੀਨੇਸ਼ਨ ਤੋਂ ਇਸ ਬੰਦੇ ਨੂੰ, ਤੁਸੀਂ ਉਹਨੂੰ ਲਿਆ ਕੇ ਫੜ ਕੇ ਚਲੇ, ਉਹਨੂੰ ਚੈੱਕ ਤਾਂ ਕਰੋ, ਉਹਨੂੰ ਫੋਲੋ ਕਰੋ, ਉਹਦੇ ਤੇ ਸਰਵੇਲੈਂਸ ਕਰ ਲਓ ਉਸ ਬੰਦੇ ਤੇ, ਉਹਦੀ ਐਕਟੀਵਿਟੀ ਦੇਖੋ, ਉਹਦੀ ਐਕਟੀਵਿਟੀ ਦੇ ਨਾਲ ਐਵੀਡੈਂਸ ਕਲੈਕਟ ਕਰੋ, ਐਵੀਡੈਂਸ ਜੇ ਅੱਗੇ ਆਉਂਦਾ ਫੇਰ ਕਰੋ, ਨਹੀਂ ਆਉਂਦਾ ਤਾਂ ਤੁਸੀਂ ਉਹਦੇ ਪੇਰੈਂਟਸ ਨੂੰ ਕੌਨਫੀਡੈਂਸ ਚ ਲੈ ਕੇ ਉਸ ਨੂੰ ਤੁਸੀਂ ਮਿਲ ਸਕਦੇ ਹੋ, ਜਾ ਕੇ ਉਸ ਨੂੰ ਐਡਵਾਈਸ ਕਰ ਸਕਦੇ ਹੋ, ਏਡ ਕਰ ਸਕਦੇ ਹੋ, ਸਮਝਾ ਸਕਦੇ ਹੋ, ਕਾਕਾ ਤੂੰ ਗੁੰਮਰਾਹ ਤਾਂ ਨਹੀਂ ਹੋ ਗਿਆ, ਇਹਨਾਂ ਚ ਫਸੀ ਨਾ, ਬਚੀ ਇਹਨਾਂ ਤੋਂ। ਤੁਹਾਨੂੰ ਲੱਗਦਾ ਉਹ ਬੰਦਾ ਛੱਡ ਕੇ ਚਲੇ ਜਾਊਗਾ, ਤੁਸੀਂ ਉਹਦੇ ਤੇ ਇਲੈਕਟ੍ਰੋਨਿਕ ਸਰਵੇਲੈਂਸ ਲਗਾ ਸਕਦੇ ਹੋ, ਉਹਨੂੰ ਪਵਾ ਸਕਦੇ ਹੋ, ਉਹਦੇ ਬਾਂਹ ਦੇ ਵਿੱਚ ਜਾਂ ਉਹਦੇ ਪੈਰ ਦੇ ਵਿੱਚ ਕੋਈ ਚੀਜ਼, ਕਿ ਉਹਦੀ ਮੂਵਮੈਂਟ ਪਤਾ ਲੱਗਦੀ ਰਹੇ, ਤੁਸੀਂ ਕ੍ਰਾਈਮ ਰੋਕਣਾ ਹੈ ਨਾ। ਤੇ ਪਰ ਬੰਦੇ ਦੀ ਜਦ ਲਿਬਰਟੀ ਹੈ, ਤੁਸੀਂ ਲਿਬਰਟੀ ਰੋਕਦੇ, ਉਹਨੂੰ ਫੜ ਕੇ ਲੈ ਜਾਂਦੇ ਹੋ, ਅੰਦਰ ਕਰ ਦਿੰਦੇ ਹੋ, ਉਹ ਬਹੁਤ ਵੱਡੀ ਚੀਜ਼ ਹੈ ਲਿਬਰਟੀ ਖੋਣੀ ਕਿਸੇ ਦੀ। ਉਹ ਉਦੋਂ ਹੀ ਖੋ ਜਦ ਤੁਹਾਡੇ ਕੋਲ ਠੋਸ ਸਬੂਤ ਹੋਵੇ, ਤੁਹਾਡੇ ਕੋਲ ਐਵੀਡੈਂਸ ਹੋਵੇ, ਤੁਹਾਡੇ ਕੋਲ ਇੰਨਾ ਐਵੀਡੈਂਸ ਹੋਣਾ ਚਾਹੀਦਾ ਹੈ ਕਿ ਤੁਸੀਂ ਕੋਰਟ ਦੇ ਵਿੱਚ ਪ੍ਰੂਵ ਕਰ ਸਕੋ ਕਿ ਇਨਵੋਲਵ। ਤੁਹਾਡੇ ਕੋਲ ਤਾਂ ਐਵੀਡੈਂਸ ਬਿਲਕੁਲ ਵੀ ਨਹੀਂ ਹੁੰਦਾ, ਉਹਨੂੰ ਫੜਨ ਦੇ ਬਾਅਦ ਉਹਨੂੰ ਕੁੱਟ ਮਾਰ ਕੇ ਉਹਦੇ ਤੋਂ ਐਵੀਡੈਂਸ ਕੱਢ ਦਿਓ ਤੁਸੀਂ। ਉਹ ਸਿਚੁਏਸ਼ਨ ਪੁਰਾਣੀ ਹੋ ਗਈ ਹੈ, ਹੁਣ ਮਾਹੌਲ ਬਦਲ ਗਿਆ ਹੈ, ਇਨਵੈਸਟੀਗੇਟਿੰਗ ਏਜੰਸੀਆਂ ਜਿਹੜੀਆਂ, ਇਹਨਾਂ ਨੂੰ ਮਾਡਰਨਾਈਜ਼ ਹੋਣਾ ਚਾਹੀਦਾ। ਇੱਕ ਮੈਂ ਆਪਣੀ ਨੌਲੇਜ ਲਈ ਜਾਂ ਦਰਸ਼ਕਾਂ ਲਈ ਵੀ ਪੁੱਛਦਾ ਹੈਗਾ, ਜਿਵੇਂ ਆ ਜਿਹੜਾ ਰੈਫਰੈਂਡਮ ਦਾ ਚੱਕਰ ਪਿਆ ਹੈਗਾ, ਤੁਹਾਨੂੰ ਪਤਾ ਹੈਗਾ, ਤੇ ਹੋ ਸਕਦਾ ਕੋਈ ਉਹਦੇ ਵਿੱਚ ਪ੍ਰਚਾਰ ਵਿੱਚ ਗੁੰਮਰਾਹ ਹੋ ਜਾਵੇ, ਪਿੱਛੇ ਜਾਏ ਕੋਈ ਜੇ ਕੋਈ ਕਹਿ ਦਿੰਦਾ ਵੀ ਮੈਨੂੰ ਖਾਲਿਸਤਾਨ ਚਾਹੀਦਾ ਜਾਂ ਖਾਲਿਸਤਾਨ ਜ਼ਿੰਦਾਬਾਦ, ਇਹ ਕੋਈ ਕਹਿਣਾ ਕ੍ਰਾਈਮ ਹੈਗਾ ਸਟੇਟ ਵਿੱਚ ਜਾਂ ਇੰਡੀਆ ਵਿੱਚ? ਮੈਨੂੰ ਲੀਗਲ ਤੌਰ ਤੇ ਮੈਂ ਗੱਲ ਕਰ ਹੈ, ਇੱਕ ਆਪਣਾ ਵਿਊ ਐਕਸਪ੍ਰੈਸ ਕਰਨ ਚ ਕੀ ਕ੍ਰਾਈਮ ਹੈ? ਅੱਛਾ। ਜੇ ਕੋਈ, ਮੈਂ ਅੱਗੇ ਵੀ ਕਈ ਵਾਰ ਇੱਕ ਬੰਦਾ ਕਹਿੰਦਾ ਯਾਰ ਸਾਨੂੰ ਆਪਣਾ ਖਾਲਿਸਤਾਨ ਚਾਹੀਦਾ, ਐਕਸਪ੍ਰੈਸ ਕਰਨ ਚ ਕੋਈ ਬੁਰੀ ਚੀਜ਼ ਤਾਂ ਨਹੀਂ ਹੈ, ਤੁਸੀਂ ਉਹਨੂੰ ਕਾਊਂਟਰ ਕਰ ਸਕਦੇ ਹੋ। ਮਤਲਬ ਕੋਈ ਹਥਿਆਰਬੰਦ ਜਾਂ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰਦਾ। ਹਾਂ, ਜੇ ਉਹ ਡਿਸਰਪਟਿਵ ਐਕਟੀਵਿਟੀ ਕਰਦਾ ਹੈ, ਉਹ ਦੇਸ਼ ਨੂੰ ਤੋੜਨ ਦੀ ਕੋਈ ਐਕਟੀਵਿਟੀ ਕਰਦਾ ਹੈ, ਫਿਰ ਬਣਦੀ ਹੈ ਗੱਲ। ਜੇ ਉਹ ਆਰਮ ਸਟਰਗਲ ਕਰਦਾ ਹੈ, ਉਹ ਵਿਸਫੋਟ ਕਰਨਾ ਚਾਹੁੰਦਾ ਹੈ, ਕੁਝ ਹੋਰ ਇਹੋ ਜਿਹੀਆਂ ਗੱਲਾਂ ਕਰਨਾ ਚਾਹੁੰਦਾ ਹੈ, ਫਿਰ ਤੱਕ ਦੇਖੋ
विचार बनाना भी गुनाह है। कॉन्स्पिरेसी है जी कुछ किते बिना भी हो जाता है। जे आप दोने बैठ के आपस गल करिए यार क्या करिए आप ये ठाना उड़ा दईए बम ला के, आप वी हैव कमिटेड ए क्राइम टू बिल्ड ए कॉन्स्पिरेसी इज ए क्राइम, बट अच्छा इस किस्म के क्राइम को प्रूव करना इज वेरी डिफिकल्ट। सो तुसी अच्छा सर्कमस्टांसेस एविडेंस ना प्रूव भी तो करोगे ना, उन्हें किसी ना गल की ओदी कोई एक्टिविटी हुई उन्हें ਉਹਦੇ ਬਾਅਦ ਪ੍ਰੋਕਿਉਰ ਕਰਨ ਦੀ ਕੋਸ਼ਿਸ਼ ਕੀਤੀ ਕੁਛ ਨਾ ਕੁਛ। ਸੋ ਇਹ ਬੜੇ फ्रीडम ऑफ स्पीच है ना जी उन्होंने रोकना नहीं चाहिए। मैं मेरी पर्सनल फीलिंग राइट ऑफ एक्सप्रैशन होना चाहिए। एंड एक साडे मुल्क च एक नवा रिवाज चल पिया जिहड़ा कोई माड़ी मोटी स्टेट दे उल्ट गल करे कहंदे एंटी नेशनल है, उन्होंने गालां कढने शुरू कर दो, उन्होंने बदनाम करना शुरू कर दो। जिस ये बहुत माड़ी चीज है। हर बंदे को राइट है अपना राइट एक्सप्रैस करे, पर हाँ जे वो डिसरप्टिव एक्टिविटी करता है फिर उन्होंने डेफिनेटली लॉ शुड टेक इट्स ओन कोर्स, पर लॉ करड़े हत्थां नाल फड़े सॉफ्ट वो केस सारे बरी हो जाने का फायदा की है जी केस रजिस्टर कर। हाँ जी हाँ जी पूरा ਤੁਹਾਡੇ ਕੋਲ ਐਵੀਡੈਂਸ ਹੋਵੇ। ਅੱਛਾ ਹੁਣ ਆਪਾਂ ਇਹਦਾ ਪ੍ਰੋਪਰ ਐਕਟ ਇਹੋ ਜਿਹੜਾ ਐਕਟ ਇਹੋ ਇਨੀਸ਼ੀਅਲੀ ਕਦੋਂ ਬਣਿਆ ਸੀ, ਉਹਦੇ ਵਿੱਚ ਕੀ ਪ੍ਰੋਵੀਜ਼ਨ ਦਿਆ ਜੇ, ਇਹਦੇ ਵਿੱਚ ਅਮੈਂਡਮੈਂਟਸ ਕੀ ਹੋਏ, ਕਿਉਂਕਿ ਮੈਂ ਇਸ ਕਰਕੇ ਪੁੱਛ ਰਿਹਾ ਇਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਘੱਟ ਨੌਲੇਜ ਆ। ਦੇਖੋ 1967 ਦਾ ਐਕਟ ਹੈ ਪਰ ਜੀ। ਅੱਛਾ 1967 ਉਦੋਂ ਵੀ ਇਸੇ ਨਾਂ ਦਾ ਸੀ, ਕਦੋਂ ਕੋਈ ਹੋਰ ਨਾਂ ਸੀ ਦਾ? ਇਹੀ ਨਾਮ ਇਹ ओरिजिनल नेम है। ਅੱਛਾ ਇਹ ओरिजिनल नेम है। अच्छा ओरिजिनल नेम है। ਇਹ 2008 ਦੇ ਵਿੱਚ ਜਾ ਕੇ ਇਹਦੇ ਚ ਅਮੈਂਡਮੈਂਟਸ ਆਈਆਂ, ਕੁਝ ਤਾਂ ਪਰਿਭਾਸ਼ਾ ਬਦਲੀ ਹੈ। ਅਮੈਂਡਮੈਂਟ ਕੀ ਕੀਤੀ ਆ? ਇੱਕ ਤਾਂ ਸਪੈਸ਼ਲ ਕੋਰਟਸ ਹੈ ਉਹ ਕਨਸਟੀਟਿਊਟ ਕਰਨ ਦੇ ਸੈਕਸ਼ਨਸ ਥੋੜਾ ਜਿਹਾ ਬਦਲਾਅ ਕੀਤਾ ਹੈ, ਕੁਝ ਡੈਫੀਨੇਸ਼ਨਸ ਚ ਬਦਲਿਆ ਹੈ, ਛੋਟੀਆਂ ਛੋਟੀਆਂ ਡੈਫੀਨੇਸ਼ਨਸ ਹੈ, ਫਿਰ ਪ੍ਰੋਪਰਟੀ ਨੂੰ ਬਦਲਿਆ ਹੈ, ਫਿਰ ਸੈਕਸ਼ਨ 15 ਜਿਹੜਾ ਸੀਗਾ ਉਹ ਕੰਪਲੀਟਲੀ ਬਦਲਿਆ ਹੈ, ਉਹਨੂੰ ਟੈਰਰਿਸਟ ਐਕਟ ਨੂੰ ਡਿਫਾਈਨ ਕੀਤਾ, ਉਹਦੀ ਸਜ਼ਾ ਨੂੰ ਡਿਫਾਈਨ ਕੀਤਾ ਕਿ ਟੈਰਰਿਸਟ ਐਕਟ ਹੈ ਕੀ, ਉਹ ਡੈਥ ਕਰਦਾ ਹੈ, ਡੈਮੇਜ ਕਰਦਾ ਹੈ, ਡਿਸਰਪਸ਼ਨ ਕਰਦਾ ਹੈ ਸਪਲਾਈਜ਼ ਦੇ ਵਿੱਚ ਜਾਂ ਕਨਸਪੀਰੇਸੀ ਕਰਦਾ ਹੈ, ਉਹਦੇ ਹੀ ਹੈ। ਫਿਰ ਇੱਕ 16A ਸੈਕਸ਼ਨ ਹੈ ਪਨਿਸ਼ਮੈਂਟ, ਇਹ ਕੀਤੀ ਹੈ ਰੇਡੀਓ ਐਕਟਿਵ ਸਬਸਟੈਂਸ ਜਾਂ ਨਿਊਕਲੀਅਰ ਡਿਵਾਈਸਿਸ। ਸਟਾਰਟ ਦੇ ਵਿੱਚ ਹੈ ਨਹੀਂ ਸੀ ਮਾਹੌਲ, ਸੋ ਉਹਨੂੰ ਕਵਰ ਕਰਨ ਲਈ ਉਹਦੇ ਲਈ ਕੀਤਾ ਹੈ। ਫਿਰ ਇਹ ਸੈਕਸ਼ਨ 17 ਜਿਹੜਾ ਹੈਗਾ ਪ੍ਰਿੰਸੀਪਲ ਐਕਟ ਦਾ ਪਨਿਸ਼ਮੈਂਟ ਹੈ ਫੰਡਸ ਕਰਨ ਨੂੰ ਟੈਰਰਿਸਟ ਦੀ, ਉਹ ਵਧਾਈ ਹੈ। ਫਿਰ ਉਹਦੇ ਬਾਅਦ ਸੈਕਸ਼ਨ 18 ਦੀ ਅਮੈਂਡਮੈਂਟ ਹੈ ਇਨਸਾਈਟਸ ਹੈ, ਉਹਦੇ ਨਾਲ ਨੋਇੰਗਲੀ ਫੈਸਿਲਿਟੇਟਸ ਵੀ ਕਰ ਦਿੱਤਾ, ਇਹ ਵਰਡਸ ਐਡ ਕੀਤੇ हैं। फिर 18A 18B नवे सेक्शन बनाए हैं, टेररिस्ट कैंप्स लगाने, पनिशमेंट रिक्रूटमेंट करनी पर्सनस दी टेररिस्ट दे विच ओदी मदद करनी, आप चाहे कुछ नहीं कीता किसी दी हेल्प कर दी कि रिक्रूटमेंट करा देवे ओनू भी लेके आए हैं। सो ये छोटियां छोटियां जिहा अमेंडमेंट्स कीतियां हैगियां इहदे विच प्रिंसीपल एक्ट दे विच। पावर टू अरेस्ट एंड सर्च है, ओदियां पावर्स पुलिस नू वध दित्तियां, प्रोसीजर अरेस्टीजर दा ओदे च थोड़ी जी तब्दीलियां कीतियां, इस एक्ट नू ज्यादा करड़ा बनाया। ਪਰ ਇਹਦੀ ਅਵੇਅਰਨੈਸ ਨਹੀਂ ਹੈਗੀ ਅੱਜ ਕੱਲ। ਇਲੈਕਟ੍ਰੋਨਿਕ ਜਿਹੜਾ ਆਈਟੀ ਦਾ ਜ਼ਮਾਨਾ ਹੈਗਾ, ਮੁੰਡਿਆਂ ਨੇ ਕੁੜੀਆਂ ਵਾਲੀਆਂ ਫੇਸਬੁੱਕ ਫੇਕ ਆਈਡੀ ਬਣਾਈਆਂ ਤੇ ਇਸ ਤਰ੍ਹਾਂ ਵਾਈਸ ਵਰਸਾ ਇਸ ਤਰ੍ਹਾਂ ਹੀ। ਹਾਂਜੀ ਉਹ ਪਤਾ ਕਿਵੇਂ ਲੱਗੇਗਾ ਕਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ? ਕਮਿਊਨੀਕੇਸ਼ਨ ਵੀ ਬਹੁਤ ਹੋ ਰਹੀ ਹੈ, ਗਲੋਬਲ ਲੈਵਲ ਤੇ ਹੋ ਰਹੀ ਹੈ। ਯੂਐਨਓ ਦੀਆਂ ਟ੍ਰੀਟੀਜ਼ ਹੁਣ ਟਾਈਮ ਸਿਰ ਟਾਈਮ ਹੋਈਆਂ ਟੂ ਕੰਟਰੋਲ ਟੈਰਰਿਸਟ ਐਕਟ। ਤੁਸੀਂ ਸੁਣਿਆ ਹੋਣਾ ਜਿਹੜਾ ਪਾਕਿਸਤਾਨ ਤੇ ਨਿਰੰਤਰ ਉਹਨੂੰ ਗ੍ਰੇ ਲਿਸਟ 'ਚ ਰੱਖਿਆ, ਉਹ ਇਸੇ ਲਈ ਰੱਖਿਆ ਹੋਇਆ। ਇਹ ਰਿਕੁਆਇਰਮੈਂਟਸ ਕੀਤੀਆਂ ਸਟੇਟ ਨੂੰ ਕਿ ਆਪਣੇ ਕਾਨੂੰਨ ਬਣਾਓ, ਤੁਹਾਡੀ ਸਰਹੱਦ ਦੇ ਉੱਤੋਂ ਟੈਰਰਿਸਟ ਐਕਟੀਵਿਟੀਆਂ ਹੋਣੀਆਂ ਰੋਕੋ। ਮਤਲਬ ਜੋ ਅੱਗੇ ਸੀਗਾ ਇਸ ਐਕਟ ਦੇ ਵਿੱਚ ਕਿ ਅਸੀਂ ਆਪਣੇ ਮੁਲਕ ਦੇ ਖਿਲਾਫ ਹੁੰਦੀਆਂ, ਤੁਸੀਂ ਕਿਸੇ ਹੋਰ ਮੁਲਕ ਦੇ ਖਿਲਾਫ ਵੀ ਕਰਦੇ ਹੋ ਉਹ ਵੀ ਤੁਹਾਨੂੰ ਰੋਕਣੀਆਂ ਪੈਣਗੀਆਂ ਇਹਦੇ ਵਿੱਚ। ਇਹ ਉਸ ਜਿਹੜੀਆਂ ਸਾਡੀਆਂ ਟ੍ਰੀਟੀਜ਼ ਹੈ ਹੋਈਆਂ ਟੂ ਟੈਰਰਿਸਟ ਐਕਟੀਵਿਟੀ ਨੂੰ ਰੋਕਣ ਲਈ, ਡਿਸਰਪਟਿਵ ਐਕਟੀਵਿਟੀਜ਼ ਨੂੰ ਰੋਕਣ ਲਈ, ਉਹ ਟ੍ਰੀਟੀਜ਼ ਦੀ ਪੂਰਤੀ ਕਰਨ ਲਈ ਅਮੈਂਡਮੈਂਟ ਹੋਈ ਹੈ 2008 ਦੇ ਵਿੱਚ। ਇਹਦਾ ਪ੍ਰੀਐਂਬਲ ਵੀ ਹੈ, ਜਿਹੜੀਆਂ ਟ੍ਰੀਟੀਜ਼ ਕੀਤੀਆਂ ਯੂਐਨਓ ਦੇ ਰੈਜ਼ੋਲੂਸ਼ਨਸ ਹੈ ਉਹਦੇ ਜ਼ਿਕਰ ਕਰਕੇ ਪ੍ਰੀਐਂਬਲ ਦੇ ਵਿੱਚ ਅਮੈਂਡਮੈਂਟ ਕੀਤੀ ਹੈ। ਹਾਂਜੀ ਹਾਂਜੀ ਦੇਖੋ ਦੇਸ਼ ਨੂੰ ਸਤਰਕ ਤਾਂ ਹੋਣਾ ਪੈਣਾ। ਇੱਕ ਚੀਜ਼ ਤਾਂ ਤੁਸੀਂ ਅੰਡਰਸਟੈਂਡ ਕਰ ਲਓ ਕਿ ਹਿੰਦੁਸਤਾਨ ਦੇ ਉੱਤੇ ਅੱਜ ਤੋਂ ਵੱਧ ਖਤਰਾ ਕਦੇ ਪਹਿਲਾਂ ਕਦੇ ਨਹੀਂ ਸੀ। ਸਾਡਾ ਚਾਈਨਾ, ਪਾਕਿਸਤਾਨ ਐਂਡ ਕੁਝ ਕੰਟਰੀਜ਼ ਇਹੋ ਜਿਹੇ ਹੈ ਜਿਹੜੇ ਓਪਨ ਆਪਣੀ ਕੰਟਰੀ ਦੇ ਵਿੱਚ ਇੰਡੀਆ ਦੇ ਅਗੇਂਸਟ ਐਕਟੀਵਿਟੀਜ਼ ਨੂੰ ਹੁੰਗਾਰਾ ਵੀ ਦਿੰਦੇ ਆ, ਹੋਣ ਦਿੰਦੇ ਆ, ਰੌਲਾ ਪੈਣ ਦਿੰਦੇ ਆ ਉਹਨਾਂ ਦੀ, ਕਿਉਂਕਿ ਲੋਕਲ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਮਿਲਦਾ। ਪਰ ਕਿਤੇ ਕਿਤੇ ਹੁਣ ਉਹਨਾਂ ਨੂੰ ਤਕਲੀਫ ਵੀ ਹੋਣ ਲੱਗੀ। ਹੁਣ ਕੈਨੇਡਾ ਨੇ ਰਿਲਾਈਜ਼ ਕੀਤਾ ਹੈ, ਸਰਕਾਰ ਬਣਾਉਣੇ ਚ ਵੀ ਹੈਲਪ ਕੈਨੇਡਾ ਨੂੰ ਵੀ ਰਿਲਾਈਜ਼ ਹੋਇਆ ਕਿ ਲੌਲੈਸਨੈਸ ਹੋਣ ਲੱਗ ਗਈ। ਇਹ ਸਿਚੁਏਸ਼ਨਸ ਐਸੀ ਹੈ ਕਿ ਕੰਟਰੀਜ਼ ਨੂੰ ਵੀ ਉਦੋਂ ਤਕਲੀਫ ਹੁੰਦੀ ਹੈ ਜਿੱਦਣ ਉਹਨਾਂ ਦਾ ਆਪਣਾ ਸੇਕ ਲੱਗਦਾ।
ਜਾਂ ਦੂਜੇ ਨੂੰ ਹੁੰਦਾ ਤਾਂ ਕਰੀ ਚਲੋ, ਹੋਣ ਦਿਓ। ਹੁਣ ਇੰਡੀਆ ਦੇ ਵਿੱਚ ਜਿਹੜਾ ਡਰੱਗਸ ਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਾ ਇਸ਼ੂ ਬਣਿਆ ਪਿਛਲੀ ਇਲੈਕਸ਼ਨ 'ਚ। ਅੱਜ ਦੀ ਡੇਟ 'ਚ ਹਰਿਆਣਾ, ਹਿਮਾਚਲ ਵੀ ਉਨਾ ਹੀ ਅਸਰ ਨੇੜੇ ਹੈ, ਪੂਰੀਆਂ ਸਿਟੀਜ਼ ਸਾਡੀਆਂ ਉਹਦੇ ਅਸਰ ਦੇ ਪਿੱਛੇ ਹੈ। ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ। ਅੱਛਾ, ਡੈਫੀਨੇਟ ਇੰਡੀਆ ਦੇ ਵਿੱਚ ਡਰੱਗਸ ਭੇਜੇ ਜਾ ਰਹੇ ਹੈ, ਤੇ ਜਦ ਡਰੱਗਸ ਦੇ ਵਿੱਚ ਮਨੀ ਕਮਾਓ, ਮਨੀ ਕਮਾ ਕੇ ਉਹ ਬੰਦਿਆਂ ਨੂੰ ਹੈਲਪ ਕਰੋ, ਉਹਨਾਂ ਦੇ ਥਰੂ ਫਿਰ ਵੈਪਨਸ ਭੇਜੋ। ਇਹ ਹੁਣ ਜਿਹੜੇ ਵੈਪਨਸ ਫੜੇ ਆ ਤੁਸੀਂ ਦੇਖੋ ਡਰੋਨਸ ਦੇ ਥਰੂ ਭੇਜ ਰਹੇ ਆ, ਇਹ ਕਹਿਣਾ ਕਿ ਐਕਟੀਵਿਟੀ ਨਹੀਂ ਹੈ ਇਹ ਵੀ ਗਲਤ ਹੋਊਗਾ। ਇਹ ਹੈ ਕਿ ਪੁਲਿਸ ਸੋਰਸ ਇਨਫੋਰਮੇਸ਼ਨ ਤੇ ਫੜ ਲੈਂਦੀ, ਐਵੀਡੈਂਸ ਹੁੰਦਾ ਨਹੀਂ, ਉਹ ਬਰੀ ਹੋ ਜਾਂਦੇ ਹੈ। ਐਂਡ ਇਹ ਵੀ ਸੋਚਣਾ ਕਿ ਪੁਲਿਸ ਨਜਾਇਜ਼ ਹੀ ਫਸਾਈ ਜਾਂਦੀ ਹੈ, ਇਹ ਵੀ ਮੈਂ ਸਮਝਦਾ ਗਲਤ ਹੋਊਗਾ। ਪਰ ਪੁਲਿਸ ਨੂੰ ਵਿਦਆਊਟ ਐਵੀਡੈਂਸ, ਪੁਲਿਸ ਨੂੰ ਦੇਖੋ ਉਹਨਾਂ ਦਾ ਓਪੀਨੀਅਨ ਫਾਰਮ ਕਰਨ 'ਚ ਗਲਤੀ ਹੋ ਸਕਦੀ ਹੈ, ਪਰ ਐਵੀਡੈਂਸ ਬਿਨਾਂ ਨਹੀਂ ਕਰਨਾ ਚਾਹੀਦਾ। ਤੁਹਾਨੂੰ ਪਤਾ ਲੱਗ ਗਿਆ ਕਿ ਬੰਦਾ ਹੈ, ਇਹ ਸਸਪੈਕਟ ਹੈ, ਇਹਨੂੰ ਕੋਈ ਕੰਟੈਕਟ ਕਰ ਰਿਹਾ ਟੈਰਰਿਸਟ ਐਕਟੀਵਿਟੀ ਦੇ ਵਿੱਚ, ਜਾਂ ਇਹ ਵੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਹੋਲਡ ਆਨ ਕਰੋ, ਉਹਦੇ ਤੇ ਵਾਚ ਵਧਾਓ, ਉਹਦੇ ਤੇ ਸਰਵੇਲੈਂਸ ਵਧਾ ਲਓ। ਉਹਦੇ ਹਰ ਕਿਸਮ ਦੀ ਸਰਵੇਲੈਂਸ ਹੋ ਸਕਦੀ ਹੈ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ, ਮੈਂ ਕਮੈਂਟ ਕਰਦਾ ਵੀ ਚੰਗਾ ਨਹੀਂ ਲੱਗਦਾ। ਸਰਵੇਲੈਂਸ ਵਧਾਓ, ਸਰਵੇਲੈਂਸ ਵਧਾ ਕੇ ਜੇ ਉਹ ਐਵੀਡੈਂਸ ਦਊਗਾ ਤਾਂ ਫੜੋ, ਵਰਨਾ ਨਾ ਫੜੋ। ਤੁਸੀਂ ਅਰੈਸਟ ਕਰ ਦਿਓ ਬੰਦੇ ਨੂੰ, ਪੁੱਛਗਿੱਛ ਕਰਕੇ ਛੱਡ ਦਿਓ, ਜ਼ਰੂਰੀ ਥੋੜਾ ਬੰਦਾ ਫੜਿਆ ਤੇ ਉਹਨੂੰ ਅੰਦਰ ਹੀ ਰੱਖਣਾ, ਉਹਨੂੰ ਛੱਡ ਦਿਓ ਜੇ ਨਹੀਂ ਐਵੀਡੈਂਸ ਮਿਲਿਆ, ਲੀਵ ਹਿਮ। ਹੁਣ ਇੱਕ ਲੜਕਾ ਸੀਗਾ ਮੇਰੇ ਖਿਆਲ ਅੰਮ੍ਰਿਤਸਰ ਡਿਸਟ੍ਰਿਕਟ ਦਾ, ਉਹਨੂੰ 10-12 ਦਿਨ ਪੁਲਿਸ ਨੇ ਰੱਖ ਕੇ ਛੱਡ ਦਿੱਤਾ, ਬਹੁਤ ਅੱਛੀ ਗੱਲ ਹੈ, ਛੱਡ ਦੇਣਾ ਚਾਹੀਦਾ। ਐਂਡ 10-15 ਦਿਨ ਜੇ ਤੁਸੀਂ ਉਹਨੂੰ ਰੱਖਿਆ ਹੈ, ਉਹ ਤੋਂ ਬਾਅਦ ਉਹ ਗਾਂ ਗਲਤ ਹੋਣੇ ਦੀ ਉਹ ਸੰਭਾਵਨਾ ਤੋਂ ਬਚਿਆ ਰਹੇਗਾ। ਐਗਜ਼ੈਕਟਲੀ, ਉਹਨੂੰ 15 ਦਿਨ ਰੱਖਣਾ ਵੀ ਨਹੀਂ ਸੀ ਚਾਹੀਦਾ। ਤੁਸੀਂ ਉਹਨੂੰ ਸਵੇਰੇ ਬੁਲਾ ਲਓ, ਸ਼ਾਮ ਨੂੰ ਛੱਡ ਦਿਓ, ਵਾਚ ਹਿਜ਼ ਐਕਟੀਵਿਟੀ, ਦੇਖੋ ਐਵੀਡੈਂਸ ਦੇਖੋ, ਉਹਦੇ ਮਾਂ-ਬਾਪ ਨੂੰ ਬੁਲਾਓ, ਉਹਦੇ ਰਿਲੇਟਿਵਸ ਨੂੰ ਬੁਲਾਓ, ਉਹਨੂੰ ਕਾਉਂਸਲਿੰਗ ਕਰੋ। ਦੇਖੋ ਬੱਚੇ ਤਾਂ ਆਪਣੇ ਹੀ ਹੈ, ਕਿਸੇ ਨਾ ਕਿਸੇ ਵਜ੍ਹਾ ਤੇ ਗੁੰਮਰਾਹ ਹੁੰਦੇ ਹੈ। ਹੁਣ ਉਸ ਸਟੇਟ ਇਹ ਤਾਂ ਸੋਚਦੀ ਨਹੀਂ ਸਟੇਟ ਦਾ ਕੀ ਕਸੂਰ ਹੈ, ਕਿਹਦੇ ਕਰਕੇ ਬੰਦੇ ਜਾਂਦੇ। ਹੁਣ ਪੰਜਾਬ 'ਚ ਟੈਰਰਿਜ਼ਮ 1984 ਰਾਈਟਸ ਦੇ ਬਾਅਦ ਵਧਿਆ ਕਿ ਨਹੀਂ ਵਧਿਆ? ਕਿਹਦਾ ਕਸੂਰ ਸੀ? ਸਟੇਟ ਦਾ ਕਸੂਰ ਸੀ, ਜਾਂ ਸਟੇਟ ਦੀਆਂ ਵੀ ਗਲਤੀਆਂ? ਐਂਡ ਉਹਦੇ ਬਾਅਦ ਫਿਰ ਤੁਸੀਂ ਦੇਖੋ, ਉਹ ਇੱਕ ਬਹੁਤ ਪੁਰਾਣਾ ਪੋਇਟ ਹੈ ਮੋਇਮ, ਉਹ ਕਹਿੰਦਾ ਹੈ बीमारों को तो है मारिए और बीमारियां हैं आप पालिए। बीमारियां तो पालती है स्टेट्स, फिर बीमारां ਨੂੰ ਮਾਰਨ ਲੱਗ ਜਾਂਦੀ ਹੈ। ਤੁਸੀਂ ਐਟਮੋਸਫੀਅਰ ਨਾ ਕ੍ਰੀਏਟ ਕਰੋ ਜਿਹਦੇ ਵਿੱਚ ਲੋਕ ਏਲੀਏਨੇਟ ਹੋਣ, ਏਲੀਏਨੇਟ ਹੋ ਕੇ ਇਸ ਹੱਦ ਤੇ ਪਹੁੰਚਣ ਕਿ ਉਹ ਵਿਦਰੋਹ ਦੀ ਭਾਵਨਾ ਲੈ ਕੇ ਆਉਣ। ਹੁਣ ਅੱਜ ਵੀ ਕਿਤੇ ਨਾ ਕਿਤੇ ਟਕਰਾਵ ਹੋ ਜਾਂਦਾ ਹੈ, ਮਜ਼ਹਬ ਦਾ ਟਕਰਾਵ ਕਿਵੇਂ ਕੰਟਰੀ 'ਚ ਚੱਲ ਰਿਹਾ, ਕਿਵੇਂ ਇਸ਼ੂਜ਼ ਡਿਬੇਟ ਹੁੰਦੇ ਆ, ਇਹਨੂੰ ਅਵੋਇਡ ਕਰਨਾ ਚਾਹੀਦਾ ਹੈ। ਹਿੰਦੁਸਤਾਨ ਸੈਕੂਲਰ ਮੁਲਕ ਸਭ ਦਾ, ਕੋਈ ਵੀ ਇੱਥੇ ਰਹਿੰਦਾ, ਕਿਸੇ ਨੂੰ ਫੀਲਿੰਗ ਨਹੀਂ ਹੋਣੀ ਚਾਹੀਦੀ ਕਿ ਮੈਂ ਕਿਉਂਕਿ ਗਿਣਤੀ 'ਚ ਘੱਟ ਹੈ ਤੇ ਇਸ ਕਰਕੇ ਮੇਰੇ ਨਾਲ ਪ੍ਰੋਪਰ ਇਨਸਾਫ ਨਹੀਂ ਹੋ ਰਿਹਾ। ਇਹ ਹਰ ਸਟੇਟ ਨੂੰ ਚਾਹੀਦਾ ਕਿ ਤੁਹਾਡੀ ਜਿਹੜੀ ਸਟੇਟ ਦੇ ਵਿੱਚ ਡੋਮੀਨੈਂਟ ਕਮਿਊਨਿਟੀ ਹੈ ਉਹ ਮਾਈਨੋਰਿਟੀ ਕਮਿਊਨਿਟੀ ਦਾ ਧਿਆਨ ਰੱਖੇ। ਮਾਈਨੋਰਿਟੀ ਕਮਿਊਨਿਟੀ ਨੂੰ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਓਪਨਨੈਸ ਮਿਲਣੀ ਚਾਹੀਦੀ ਹੈ ਤਾਂ ਕਿ ਉਹਨੂੰ ਅਹਿਸਾਸ ਹੀ ਨਾ ਹੋਵੇ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ, ਧੱਕਾ ਹੋ ਰਿਹਾ। ਮੈਂ ਇੱਕ ਸਪੈਸੀਫਿਕ ਪੁੱਛਦਾ ਹੈਗਾ, ਜਿਵੇਂ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈਗਾ, ਕੋਈ ਕਾਲ ਕਿਤੇ ਮੰਨ ਲਓ ਕਿਸੇ ਨੌਜਵਾਨ ਨੂੰ ਕਰਦਾ ਹੈਗਾ, ਕੋਈ ਗਲਤ ਐਲੀਮੈਂਟ ਆ, ਉਹ ਕੋਈ ਹੋਰ ਲਹਿਜੇ ਵਿੱਚ ਗੱਲ ਕਰਦਾ ਹੈਗਾ, ਨੌਜਵਾਨਾਂ ਨੂੰ ਇਹ ਜਿਹੜਾ ਜਿਵੇਂ ਫੇਸਬੁੱਕ ਆ, ID ਜਾਂ ਹੋਰ ਵੈਬਸਾਈਟ ਦੇਖਣ ਲਈ ਜਾਂ ਈਵਨ ਗੱਲਬਾਤ ਕਰਨ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਇਹ ਗਲਤ ਰਸਤੇ ਨਾ ਪੈ ਜਾਣ? ਦੇਖੋ, ਸਭ ਤੋਂ ਪਹਿਲਾਂ ਤਾਂ ਮਾਂ-ਬਾਪ ਨੂੰ ਧਿਆਨ ਰੱਖਣਾ ਚਾਹੀਦਾ ਹੈ, ਮਾਂ-ਬਾਪ ਨੂੰ ਬੱਚੇ ਨੂੰ ਵਾਚ ਕਰਨਾ ਚਾਹੀਦਾ। ਇਹ ਯੰਗਸਟਰਸ ਹੀ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਇਹਦੇ ਵਿੱਚ। ਇਹ ਜੇ ਕਹੋ ਤੁਸੀਂ ਸੀਨੀਅਰ ਬੰਦੇ ਹੁੰਦੇ, ਸੀਨੀਅਰ ਨਹੀਂ ਹੁੰਦੇ, ਯੰਗ ਏਜ ਬੰਦੇ ਪ੍ਰਭਾਵਿਤ ਹੁੰਦੇ ਆ। ਜਦ ਤੁਸੀਂ ਦੇਖੋ ਕਿ ਉਹ ਲੋਨਲੀ ਰਹਿੰਦਾ ਹੈ, ਅਲੱਗ ਕਮਰੇ 'ਚ ਰਹਿੰਦਾ ਹੈ, ਲਿਟਰੇਚਰ ਜ਼ਿਆਦਾ ਪੜ੍ਹ ਰਿਹਾ ਹੈ, ਸਮ ਐਕਟੀਵਿਟੀ ਵਿਚ ਇਜ਼ ਨਾਟ ਨਾਰਮਲ, ਜਿਹੜੀ ਕਿਸੇ ਬੱਚੇ ਤੋਂ ਉਹਦੇ ਸੁਭਾਅ ਦੇ ਉਲਟ ਹੈ, ਤਾਂ ਮਾਂ-ਬਾਪ ਨੂੰ ਧਿਆਨ ਰੱਖੇ। ਉਹ ਉੱਥੇ ਹੀ ਹੁੰਦਾ ਜਿੱਥੇ ਮਾਂ-ਬਾਪ ਧਿਆਨ ਨਹੀਂ ਰੱਖਦੇ। ਐਂਡ ਉਹਦੇ ਵਿੱਚ ਪਰਸਨਲੀ ਮਿਲ ਕੇ ਉਹਨਾਂ ਨੂੰ ਸਮਝਾਉਣਾ ਵੀ ਚਾਹੀਦਾ ਹੈ। ਐਂਡ ਸਟੇਟ ਨੂੰ ਵੀ ਸਮਝਣਾ ਚਾਹੀਦਾ ਕਿ ਅੱਜ ਕੱਲ੍ਹ ਇੰਟਰਨੈਟ ਇੰਨਾ ਬਿਮਾਰੀ ਬਣ ਗਈ ਹੈ ਕਿ ਇਹ ਲੋਕਾਂ ਨੂੰ ਇਨਫਲੂਐਂਸ ਬਹੁਤ ਬੁਰੀ ਤਰ੍ਹਾਂ ਕਰ ਲੈਂਦੇ ਆ। ਕਈ ਵਾਰ ਤੁਹਾਡਾ ਦਿਮਾਗ ਹੀ ਖਰਾਬ ਕਰ ਦਿੰਦੇ ਆ। ਤੁਹਾਡੀ ਫੀਲਿੰਗਸ ਕਈ ਵਾਰ ਸੈਂਸਿਟਿਵ ਫੀਲਿੰਗਸ ਇੰਨੀਆਂ ਸਟਰੋਂਗ ਹੁੰਦੀਆਂ, ਉਹ ਫੀਲਿੰਗਸ ਨੂੰ ਲੈ ਕੇ ਇੰਨੀਆਂ ਜ਼ਿਆਦਾ ਉਭਾਰ ਦਿੰਦੇ ਆ ਕਿ ਲੋਕ ਵਿਦਰੋਹ 'ਚ ਆ ਜਾਂਦੇ ਆ। ਤੁਹਾਨੂੰ ਮੈਂ ਇੱਕ ਮਾਫ ਕਰਨਾ, ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ। ਜਦ ਇੱਕ ਫੇਅਰ ਹੁੰਦਾ ਲੜਕਾ ਤੇ ਲੜਕੀ ਦਾ, ਤੁਸੀਂ ਦੇਖੋ ਕਿੰਨੇ ਭਾਵਿਕ ਹੁੰਦੇ ਆ। ਕੋਈ ਸਮਝਾ ਲਵੇ ਸਮਝਦੇ ਨਹੀਂ, ਸਮਝ ਚਾਹੇ ਥੋੜੀ ਦੇਰ ਬਾਅਦ ਉਹ ਬੱਚੇ ਵਿਚਾਰੇ ਪਛਤਾਉਂਦੇ। ਇਹ ਜਿਹੜੇ ਤੁਹਾਡੇ ਬ੍ਰੇਨ ਦੇ ਵਿੱਚ ਐਂਜ਼ਾਈਮਸ ਪੈਦਾ ਹੁੰਦੇ ਨਾ ਇਮੋਸ਼ਨਸ, ਇਹ ਤੁਹਾਨੂੰ ਇੰਨਾ ਸਟਰੋਂਗ ਫੀਲਿੰਗ ਨਾਲ ਚੇਂਜ ਕਰ ਦਿੰਦੇ ਆ। ਤੁਸੀਂ ਦੇਖੋ ਕਿਵੇਂ ਲੋਕਾਂ ਨੂੰ ਆਪਣੇ ਸਰਹੱਦ ਤੋਂ ਪਾਰ
ਪੜਾ ਕੇ ਭੇਜਿਆ ਜਾਂਦਾ ਹੈ ਕਿ ਤੂੰ ਆਪਣੇ ਆਪ ਨੂੰ ਮਾਰ ਲੈਣਾ। ਅੱਲਾਹ ਤਾਲਾ ਦੀ ਗੋਦ ਦੇ ਵਿੱਚ ਤੂੰ ਜਾ ਕੇ ਡਿਲੀਵਰ ਹੋਏਗਾ, ਤੈਨੂੰ ਗੋਡਸ ਤੈਨੂੰ ਰਿਵਾਰਡ ਦੇਣਗੇ। ਇਹ ਆਖਰ ਉਹਦੀ ਬਲੀਫ ਬਣ ਜਾਂਦਾ ਨਾ, ਫੀਲਿੰਗ ਬਣ ਜਾਂਦੀ ਹੈ ਐਂਡ ਇਮੋਸ਼ਨਲੀ ਇੰਨਾ ਹੋ ਜਾਂਦਾ। ਹੁਣ ਇਹਨੂੰ ਸਟੇਟ ਨੂੰ ਵੀ ਕੁਝ ਫੀਲਿੰਗਸ ਨੂੰ ਲਾਈਟਲੀ ਲੈਣਾ ਚਾਹੀਦਾ ਹੈ, ਇਗਨੋਰ ਕਰਨਾ ਚਾਹੀਦਾ। ਹੁਣ ਕਸ਼ਮੀਰ ਦੇ ਵਿੱਚ ਦੇਖੋ ਤੁਸੀਂ, ਜਿੱਥੇ ਆਈਐਸ ਦੇ ਝੰਡੇ ਲੈ ਕੇ ਆ ਜਾਂਦੇ ਆ, ਪੱਥਰ ਮਾਰਦੇ ਆ, ਰਿਅਲਾਈਜ਼ ਕਰੋ ਆਖਰ ਮਾਰਦੇ ਕਿਉਂ? there is some ground, some reason for that। ਉਹ ਰੀਜ਼ਨ ਨੂੰ ਮਾਰਾਂਗੇ। ਰਿਹੈਬਿਲਿਟੇਟ ਵੀ ਹੋਏ ਆ ਵੈਸੇ ਕਸ਼ਮੀਰੀ ਯੂਥ, ਪੰਜਾਬ ਵਿੱਚ ਵੀ ਬਹੁਤ ਸਾਰੇ ਰਿਹੈਬਿਲਿਟੇਟ ਹੋਏ ਸੀ ਜਿਨ੍ਹਾਂ ਨੂੰ ਐਜੂਕੇਟ ਕੀਤਾ ਸਰਕਾਰਾਂ ਨੇ। ਨਹੀਂ, ਉਹੀ ਬੰਦੇ ਜਿਹੜੇ ਕਈ ਵਾਰ ਇਨਵੋਲਵ ਸੀਗੇ, ਮੈਂ ਦੇਖਦਾ ਜਿਹੜੇ ਉਸ ਅੱਗ ਚੋਂ ਲੱਕੀਲੀ ਬਚ ਕੇ ਆ ਗਏ, ਅੱਜ ਉਹਨਾਂ ਦੇ ਮਾਈਂਡਸ ਉਹ ਨਹੀਂ ਹੈ, ਅੱਜ ਉਹਨਾਂ ਦੀਆਂ ਥਾਟਸ ਉਹ ਨਹੀਂ, ਪਰ ਉਹ ਮਾਹੌਲ ਐਸਾ ਹੁੰਦਾ ਹੈ, ਉਸ ਮਾਹੌਲ 'ਚ ਕਾਊਂਟਰ ਪ੍ਰੋਡਕਟਿਵ ਮਾਹੌਲ ਵੀ ਬਹੁਤ ਹੁੰਦਾ ਹੈ। ਜਦ ਹੁਣ ਕਸ਼ਮੀਰ ਦੇ ਵਿੱਚ ਦੇਖੋ, ਪੂਰਾ ਕੰਟਰੀ ਦਾ ਦੇਖਦਾ, ਟੀਵੀ ਦੇ ਵਿੱਚ ਕਹਿੰਦੀ ਹੈ ਕਿ 2 ਟੈਰਰਿਸਟ ਮਾਰ ਗਏ, 100 ਦਾ ਸੀ, ਕਸ਼ਮੀਰ ਦਾ ਸੀ, ਲੈਟਸ ਅਸਿਊਮ, ਪਰ ਲੋਕਲਸ ਫੀਲ ਕਰਦੇ ਕਿ ਸਾਡੇ ਤੇ ਐਗਰੈਸ਼ਨ ਹੈ, ਸਾਡੇ ਬੰਦੇ ਮਾਰ ਦਿੱਤੇ। ਉਹ ਫੀਲਿੰਗ ਨੂੰ ਦੂਰ ਤਾਂ ਕਰੋਗੇ ਜਦ ਤੁਸੀਂ ਇਹ ਫੀਲਿੰਗ ਦਿਓਗੇ ਕਿ ਸਟੇਟ ਫੇਅਰਨੈਸ 'ਚ ਚੱਲ ਰਹੀ ਹੈ, ਸਟੇਟ ਧੱਕਾ ਨਹੀਂ ਕਰ ਰਹੀ। ਹੁਣ ਅੱਜ ਵੀ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਕਿ ਕੇਸ ਰਜਿਸਟਰ ਕਰਤੇ ਸਟੇਟਸ ਨੇ, ਲੋਕਾਂ ਨੂੰ ਇਹ ਫੀਲਿੰਗ ਹੁਣ ਲੱਗ ਗਈ ਹੈ ਕਿ ਸਟੇਟ ਧੱਕਾ ਕਰ ਰਹੀ ਹੈ, ਐਂਡ ਇਹਦੇ ਤੇ ਆਰਟੀਕੂਲੇਟ ਵੀ ਕਰਦੇ ਆ, ਆਰਗੂਮੈਂਟਸ ਵੀ ਹੁੰਦੇ ਆ ਕਿ ਜੀ ਇੰਨੇ ਕੇਸ ਸੀ, ਇਹਦੇ 90+94 ਕੇਸ ਸੀਗੇ, ਇਹਦੇ ਵਿੱਚ 40 ਬਰੀ ਹੋ ਗਏ ਤੇ ਕਈਆਂ ਨੂੰ ਤਾਂ ਡਿਸਚਾਰਜ ਹੀ ਕਰ ਦਿੱਤਾ। ਇਹ ਫੀਲਿੰਗ ਇਹ ਜਾਂਦੀ ਹੈ ਕੇਸ ਝੂਠੇ, ਪਰ ਜ਼ਰੂਰੀ ਨਹੀਂ ਹੈ ਕੇਸ ਝੂਠੇ ਹੋਣ, ਕੇਸ ਸੱਚੇ ਵੀ ਹੋ ਸਕਦੇ ਆ, ਲੈਕ ਆਫ ਐਵੀਡੈਂਸ ਵੀ ਹੋ ਸਕਦਾ ਹੈ। ਸੋ ਇਹ ਸਟੇਟ ਨੂੰ ਵੀ ਸੋਚਣਾ ਪਊਗਾ ਕਿ ਲੈਕ ਆਫ ਐਵੀਡੈਂਸ ਵਾਲਿਆਂ ਤੇ ਕਿਉਂ ਫਰੇਮ ਕਰਦੇ ਹੋ ਕੇਸ, ਨਾ ਕਰੋ। ਉਹਨਾਂ ਨੂੰ 2-3 ਸਾਲ ਤੁਸੀਂ ਅੰਦਰ ਰੱਖੋਗੇ, ਮੰਨ ਲਓ ਉਹਨਾਂ ਦੀਆਂ ਫੀਲਿੰਗਸ ਹੋਰ ਪੱਕੀਆਂ ਫੀਲਿੰਗਸ ਹੋਣਗੀਆਂ, ਉਹਨਾਂ ਨੂੰ ਉੱਥੇ ਕ੍ਰਿਮੀਨਲ ਨੂੰ ਹੋਰ ਮਿਲਣਗੇ ਨਾ, ਹਾਰਡਕੋਰ ਕ੍ਰਿਮੀਨਲ ਬਣ ਸਕਦੇ ਆ। ਉਹਨਾਂ ਦੀ ਕਾਉਂਸਲਿੰਗ ਕਰੋ, ਜੇ ਲੱਗਦਾ ਹੈ ਤੁਹਾਨੂੰ ਡਾਊਟ ਹੈ ਤਾਂ ਲੀਵ them, bring their parents, tell them that we have this evidence, share with them in confidence, we have this evidence, ਸਾਨੂੰ ਇਹ ਸ਼ੱਕ ਹੈ, ਤੁਸੀਂ ਇਹਨਾਂ ਦਾ ਧਿਆਨ ਰੱਖੋ ਬੱਚਿਆਂ ਦਾ। ਉਹਨੂੰ ਕਹਿਣ ਪੀਰੀਓਡਿਕਲੀ ਉਹਨੂੰ ਵਿਜ਼ਿਟ ਕਰਕੇ ਆਵੇ ਲੋਕਲ ਸਟੇਸ਼ਨ ਹਾਊਸ ਅਫਸਰ, ਉਹਨੂੰ ਪਿਆਰ ਨਾਲ ਮਿਲਣ, ਕੰਪੈਸ਼ਨ ਨਾਲ ਡੀਲ ਕਰਨ, ਉਹਨੂੰ ਇਹ ਲੱਗੇ ਕਿ ਇਹ ਮੁਲਕ ਮੇਰਾ ਹੈ, ਸਟੇਟ ਮੇਰੇ ਨਾਲ ਖੜੀ ਹੈ। ਜੇ ਅੱਜ ਮੈਂ ਪਰੇ ਚਲੇ ਗਿਆ, ਦੇਖੋ ਬੱਚੇ ਨੂੰ ਵੀ ਜੇ ਅਸੀਂ ਸਮਝਾਈਏ, ਕਈ ਵਾਰ ਆਪਣੇ ਬੱਚੇ ਘਰ, ਛੋਟੇ ਬੱਚੇ ਛੋਟੀ ਛੋਟੀ ਚੀਜ਼ ਘਰ 'ਚ ਚੋਰੀ ਕਰਨ ਲੱਗ ਜਾਂਦੇ, ਤੁਸੀਂ ਜਿਹਨੂੰ ਮਾਰੋ ਕੁੱਟੋ ਤਾਂ ਪੱਕੜ ਹੋ ਜਾਣਗੇ, ਉਹਨਾਂ ਦੀ ਕਾਉਂਸਲਿੰਗ ਕਰਨੀ ਪੈਂਦੀ ਹੈ। ਸੋ ਯੂ ਹੈਵ ਟੂ ਕਾਉਂਸਲ ਦੈਮ। ਸੋ ਇਹ ਸਟੇਟ ਇਹ ਬੜਾ ਟਿਕਲਿਸ਼ ਜਿਹਾ ਹੈਗਾ, ਸਾਈਕੈਟਰਿਸਟ ਫੋਰਸ ਵੀ ਤੁਹਾਨੂੰ ਤਿਆਰ ਕਰਨੀ ਪਊਗੀ ਜਿਹੜੀ ਇਹਨਾਂ ਨੂੰ ਸਿਖਾਵੇ। ਤੁਹਾਨੂੰ ਐਵੀਡੈਂਸ ਕਲੈਕਟ ਕਰਨ ਲਈ ਵੀ ਪੁਲਿਸ ਫੋਰਸ ਨੂੰ ਇਕਵਿਪ ਕਰਨਾ ਪੈਣਾ ਹੈ ਚੰਗੀਆਂ ਟੈਕਨੀਕਸ ਦੇ ਨਾਲ। ਉਹ ਪੁਰਾਣੀਆਂ ਟੈਕਨੀਕਸ ਵਾਲੀਆਂ ਗੱਲਾਂ ਹੁਣ ਛੱਡ ਦੇਣ। ਹਾਂਜੀ। ਇੱਕ ਟਾਂਡਾ ਸਾਹਿਬ ਲਾਸਟ ਸਵਾਲ ਆ, ਇਹ ਚਲੋ ਚਾਹੇ ਥੋੜੇ ਫੜੇ ਆ, ਚਾਹੇ ਹੁਣ ਜ਼ਿਆਦਾ, ਚਲੋ ਜਿਹੜੇ ਇਨੋਸੈਂਟ ਬੱਚੇ ਉਹ ਇਦਾਂ ਨਹੀਂ ਹੋਣੇ ਚਾਹੀਦੇ। ਇਹਦੇ ਬਾਰੇ ਸਿਰਫ ਉਹ ਸੁਖਪਾਲ ਖਹਿਰਾ ਨਹੀਂ, ਥੋੜੇ ਜਿਹੇ ਉਹ 5-7 ਜਿਹੜਾ ਘਰਾਂ ਵਿੱਚ ਗਿਆ, ਹੋਰ ਕਿਸੇ ਪੋਲੀਟੀਕਲ ਲੀਡਰ ਨੇ ਇਹਦੇ ਬਾਰੇ, ਈਵਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੋਈ ਬਹੁਤਾ ਇਹਦੀ ਆਵਾਜ਼ ਨਹੀਂ ਉਠਾਈ ਹੈਗੀ। ਇਹਦੇ ਬਾਰੇ ਪੋਲੀਟੀਕਲ ਲੀਡਰਾਂ ਦਾ ਕੀ ਰਿਸਪੌਂਸ ਚਾਹੀਦਾ? ਨਹੀਂ, ਆਵਾਜ਼ ਉਠਾਈ ਹੈ ਅਕਾਲੀ ਦਲ ਨੇ। ਮੈਂ ਅੱਜ ਪੜ੍ਹ ਰਿਹਾ ਸੀਗਾ ਸੁਖਬੀਰ ਸਿੰਘ, ਜਾਂ ਮੇਰੇ ਨੋਟਿਸ ਵਿੱਚ ਨਹੀਂ ਆਇਆ ਹੋਏਗਾ। ਹਾਂਜੀ, ਸਰ ਸੁਖਪਾਲ ਸਿੰਘ ਖਹਿਰਾ ਵੀ ਨੇ ਵੀ ਬੋਲਿਆ। ਹੋਰ ਦੇਖੋ, ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰਿਟੀ ਨਾਲ ਦੱਸਦਾ, ਕੋਈ ਵੀ ਸਟੇਟ ਰਾਜ ਕਰੂਗੀ ਪਾਰਟੀ, ਐਨੀ ਪਾਰਟੀ, ਉਹਨੂੰ ਸਟੇਟ ਦਾ ਰੋਲ ਅਦਾ ਕਰਨਾ ਪੈਣਾ। ਜਦੋਂ ਸੋਚੋਗੇ ਕਿ ਦੂਜੀ ਪਾਰਟੀ ਆ ਕੇ, ਮੰਨ ਲਓ ਕੱਲ ਨੂੰ ਖਹਿਰਾ ਸਾਹਿਬ ਵੀ ਮੁੱਖ ਮੰਤਰੀ ਬਣ ਜਾਂਦੇ ਆ ਪੰਜਾਬ ਦੇ, ਤੇ ਇਹ ਫਿਰ ਹੋ ਜਾਂਦੀ ਆ, ਨਹੀਂ, ਇਹ ਵੀ ਇਸ ਸੈਕਟਰ ਨੂੰ ਯੂਜ਼ ਕਰਨਗੇ। ਪਰ ਸਵਾਲ ਇਹ ਹੈ ਕਿ ਤੁਸੀਂ ਸਲੋਲੀ ਆਪਣੇ ਸਿਸਟਮ ਇੰਨੇ ਕਲੀਨ ਬਣਾਓ ਕਿ ਸਕੋਪ ਨਾ ਰਵੇ ਕਿਸੇ ਨਾਲ ਧੱਕਾ ਹੋਵੇ, ਕੋਈ ਨਜਾਇਜ਼ ਬੰਦਾ ਫੜਿਆ ਨਾ ਜਾਵੇ। ਐਟ ਦਾ ਸੇਮ ਟਾਈਮ ਜਿਹੜਾ ਫੜਿਆ ਵੀ ਜਾਂਦਾ ਹੈ, ਉਹਦਾ ਐਵੀਡੈਂਸ ਇੰਨਾ ਅੱਛਾ ਹੋਵੇ ਕਿ ਉਹਨੂੰ ਕਨਵਿਕਸ਼ਨ ਹੋਵੇ, ਤਾਂ ਫਾਇਦਾ ਲਾਓ ਦਾ। ਜੇ ਬੰਦੇ ਨੂੰ ਸਾਲ ਬਾਅਦ ਜ਼ਮਾਨਤ ਹੋ ਗਈ ਜਾਂ 4 ਸਾਲ ਬਾਅਦ ਫਿਰ ਬਰੀ ਹੋ ਗਿਆ, ਉਹਦਾ ਫਾਇਦਾ ਕੀ ਐਸੇ ਕੇਸ ਚਲਾਉਣ ਦਾ? ਸਟੇਟ ਦਾ ਵੀ ਪੈਸਾ ਖਰਾਬ, ਉਸਦਾ ਟਾਈਮ ਖਰਾਬ। ਹਾਂਜੀ, ਇੱਕ ਲਾਸਟ ਸਵਾਲ ਟਾਂਡਾ ਸਾਹਿਬ ਪੁੱਛਦਾ, ਮੰਨ ਲਓ ਕਿਸੇ ਨੇ ਕੋਈ ਪੁਲਿਸ ਵਿੱਚ ਕਿਸੇ ਦੀ ਕੋਈ ਕੰਪਲੇਂਟ ਦਿੱਤੀ ਆ, ਇਹ ਕੰਪਲੇਂਟ ਵੀ ਨਾਰਮਲ ਆ, ਕੋਈ ਚੋਰੀ ਹੋ ਗਈ, ਕੋਈ ਲੜਾਈ ਝਗੜਾ ਹੋ ਗਿਆ, ਪੁਲਿਸ ਵਾਲੇ ਅੰਡਰ ਨੈਚੁਰਲੀ ਅੰਡਰ ਵੈਸਟਡ ਸਰਕਮਸਟੈਂਸਸ ਉਹ ਆਪਣੀ ਉਹ ਜਿਹੜੀ ਗੱਡੀ ਲੈ ਕੇ ਜਿਪਸੀ ਵਗੈਰਾ ਬੜੇ ਬਰੂਟਲ ਤਰੀਕੇ ਨਾਲ ਉਹ ਬੰਦੇ ਨੂੰ ਜਿੱਥੇ ਦਾ ਪ੍ਰੈਸ਼ਰ ਚੱਲਦਾ ਫੜ ਕੇ ਲੈ ਆਉਂਦੇ ਹੈਗੇ ਆ। ਇਹ ਕੋਈ ਕਿਹੜਾ ਤਰੀਕਾ ਹੈ ਸਾਇੰਟੀਫਿਕ ਜਿਹਦੇ ਤੇ ਨਹੀਂ ਕਰਨਾ ਉਹ ਉੱਦਾਂ ਹੀ ਤੁਰੇ ਫਿਰਦੇ ਰਹਿ ਗਏ ਆ? ਉਹ ਕਿਹੜਾ ਇੱਕ ਸਾਇੰਟੀਫਿਕ ਤਰੀਕਾ ਹੈਗਾ? ਤੇ ਉਹ ਆਨਰੇਬਲੀ ਬੁਲਾਓ ਤੁਸੀਂ ਵੀ ਤੁਹਾਡੇ ਖਿਲਾਫ ਕੰਪਲੇਂਟ ਆਈ ਹੈਗੀ ਆ, ਇਸ ਵੇਲੇ ਸਾਨੂੰ ਇੰਨੇ ਵਜੇ ਆ ਕੇ ਮਿਲੋ,
ਇਹ ਕੀ ਲੀਗਲ ਤੌਰ ਤੇ ਕੀ ਤਰੀਕਾ ਹੈਗਾ ਸਮਨਿੰਗ ਦਾ ਪੁਲਿਸ ਸਟੇਸ਼ਨ ਤੇ? ਦੇਖੋ ਲੀਗਲੀ ਤਾਂ ਕਰ ਹੀ ਨਹੀਂ ਸਕਦੇ, ਸਭ ਇਲੀਗਲ ਐਕਟ ਹੈ। ਹੁਣ ਮੈਨੂੰ ਤੁਸੀਂ ਦੱਸੋ, ਜਦ ਪੁਲਿਸ ਰਿਮਾਂਡ ਲੈ ਲੈਂਦੇ ਆ, ਪੁਲਿਸ ਕੋਲ ਰਾਈਟ ਹੈ ਟੌਰਚਰ ਕਰਨ ਦਾ? ਦੇ ਹੈਵ ਨੋ ਰਾਈਟ। ਪ੍ਰੋਬਲਮ ਇਹ ਹੈ, ਇੱਕ ਤਾਂ ਤੁਸੀਂ ਵੈਸਟਡ ਇੰਟਰਸਟ ਦਾ ਜ਼ਿਕਰ ਕੀਤਾ, ਉਹ ਵੀ ਹੈਗਾ। ਦੂਸਰਾ ਇਹ ਹੈ ਕਿ ਪੁਲਿਸ ਫੋਰਸ ਇਜ਼ ਹਾਈਲੀ ਪੋਲਿਟਿਸਾਈਜ਼ਡ, ਪੋਲੀਟੀਕਲ ਇੰਟਰਫੀਅਰੈਂਸ ਬਹੁਤ ਹੈ। ਐਂਡ ਉਹਦੇ ਨਾਲ ਕੀ ਹੈ, ਲੋਕਾਂ ਨੂੰ ਗਰਾਊਂਡ ਲੈਵਲ ਤੇ ਇਨਸਾਫ ਨਹੀਂ ਮਿਲਦਾ, ਜੁੜੀ ਨਹੀਂ ਹੈ, ਮੁਲਜ਼ਮ ਨੂੰ ਨਹੀਂ ਮਿਲਦਾ, ਕੰਪਲੇਨੈਂਟ ਨੂੰ ਨਹੀਂ ਮਿਲਦਾ, ਕੰਪਲੇਨੈਂਟ ਦੀ ਕੰਪਲੇਂਟ ਕੋਈ ਨਹੀਂ ਸੁਣਦਾ। ਦੂਜਾ ਮੁਲਜ਼ਮ ਅਪਰੋਚ ਕਰ ਲੈਂਦਾ, ਕੰਪਲੇਨੈਂਟ ਦੀ ਨਹੀਂ ਸੁਣਵਾਈ ਹੁੰਦੀ, ਕੰਪਲੇਨੈਂਟ ਅਪਰੋਚ ਕਰ ਲੈਂਦਾ, ਮੁਲਜ਼ਮ ਨਾਲ ਧੱਕਾ ਕਰ ਦਿੰਦੇ ਆ, ਝੂਠੀਆਂ ਕੰਪਲੇਂਟਾਂ ਹੋਈ ਜਾਂਦੀਆਂ, ਫਾਲਸ ਕੰਪਲੇਂਟਸ ਬੰਦੇ ਫੜ ਕੇ ਅੰਦਰ ਲਿਆਏ ਜਾਂਦੇ ਆ। ਕੋਈ ਮੈਟਰੀਮੋਨੀਅਲ ਕੇਸ ਹੋ ਜਾਵੇ, ਮੈਨੂੰ ਦੱਸੋ ਅੱਜ ਤੱਕ ਜਿੱਥੇ ਮੁੰਡੇ ਕੁੜੀ ਦੀ ਅਣਬਣ ਹੋਈ, ਸਾਰੇ ਟੱਬਰ ਦੇ ਖਿਲਾਫ ਕੰਪਲੇਂਟ ਆ ਜਾਂਦੀ ਹੈ। ਰਿਜ਼ਲਟ ਕੀ ਹੋਇਆ, ਜਿਹੜਾ ਐਕਟ ਬਣਾਇਆ ਸੀ ਗੁੱਡ ਕਾਜ਼ ਲਈ, ਉਹ ਖਤਮ ਹੋ ਗਿਆ। ਹੁਣ ਇਸੇ ਤਰ੍ਹਾਂ ਜਿਹਨੇ ਕਿਸੇ ਤੋਂ ਪੈਸੇ ਲੈਣੇ, ਉਹ ਇਲਜ਼ਾਮ ਲਗਾ ਦਿੰਦਾ ਜੀ ਫੋਰਨ ਕੰਟਰੀ ਭੇਜਣ ਲਈ ਲਏ ਸੀ ਪੈਸੇ। ਹੁਣ ਇਹ ਮਿਸਯੂਜ਼ ਹੁੰਦਾ ਹੈ। ਹੁਣ ਤੁਸੀਂ 138 ਦੇ ਚੈਕਸ ਦਾ ਕਿੰਨਾ ਵਧੀਆ ਲਾਸ ਹੈਗਾ, ਹੁਣ ਇਹ ਮਿਸਯੂਜ਼ ਹੋਣ ਲੱਗ ਗਿਆ, ਲੋਕੀ ਐਕਸਪਲੋਇਟ ਕਰ ਲੈਂਦੇ ਆ। ਇੱਕ ਬੰਦਾ ਪੈਸੇ ਦੀ ਗਰਜ਼ 'ਚ ਹੈ, ਉਹ ਵਿਚਾਰਾ 10,000 ਲੋਨ ਲੈ ਲੈਂਦਾ, ਉਹ ਤੋਂ ਬਲੈਂਕ ਚੈੱਕ ਰੱਖ ਕੇ ਲੈ ਲੈਂਦੇ ਆ, ਫਿਰ ਉਹਦਾ 2 ਲੱਖ ਦਾ ਚੈੱਕ ਲੱਗ ਜਾਂਦਾ ਹੈ। ਇਹਦੀ ਮਿਸਯੂਜ਼ ਹੋਣੀ ਸ਼ੁਰੂ ਹੋ ਗਈ। ਫਿਰ ਨਵੇਂ ਲਾਜ਼ ਆਏ ਕਿ ਯੂ ਪ੍ਰੂਵ ਕਰਕੇ ਪੈਸੇ ਦਿੱਤੇ ਆ। ਹੁਣ ਉਹ ਲਾਅ ਤਾਂ ਹੌਲੀ ਹੌਲੀ ਆਉਂਦਾ ਫਿਲਟਰ ਹੋ ਕੇ, ਬਟ ਜਦ ਸੁਸਾਇਟੀ ਐਸੀ ਹੈ ਸਾਡੀ, ਜਿਹੜੀ ਜੇ ਪੁਲਿਸ ਹੈ, ਪੁਲਿਸ ਫੇਅਰ ਨਹੀਂ, ਜੇ ਗਵਾਹ ਹੈ, ਗਵਾਹ ਮੁੱਕਰ ਜਾਂਦਾ, ਉਹ ਫੇਅਰ ਨਹੀਂ, ਜੇ ਦੋ ਪਾਰਟੀ 'ਚ ਲੜਾਈ ਹੈ, ਦੋਨੇ ਝੂਠੇ ਆ, ਦੋਨੇ ਸੱਚ ਨਹੀਂ ਬੋਲਦੇ। ਇਹ ਸੁਸਾਇਟੀ ਦੇ ਵਿੱਚ ਓਵਰਆਲ ਗਿਰਾਵਟ ਹੈ ਸਾਡੇ। ਜਦ ਸਾਡਾ ਕੋਈ ਵੀ ਗਵਾਹ ਸੱਚਾ ਹੀ ਨਹੀਂ ਹੈਗਾ, ਹੁਣ ਜਿੰਨੇ ਮੋਟਰ ਵਹੀਕਲ ਦੇ ਐਕਸੀਡੈਂਟ ਹੁੰਦੇ, ਸਾਰਿਆਂ 'ਚ ਝੂਠੇ ਗਵਾਹ, ਐਵਰੀਵਨ। ਐਕਸੀਡੈਂਟ ਹੋ ਜਾਂਦਾ, ਟਰੱਕ ਨੂੰ ਫੜ ਲੈਂਦੇ ਆ, ਘਰੋਂ ਮੁੰਡੇ ਇੱਕ ਦੀ ਡੈਥ ਹੋ ਗਈ, ਉਹਦਾ ਭਰਾ ਆ ਜਾਂ ਭੈਣ ਆ ਜਾਂ ਚਾਚਾ ਆ ਜਾਂ ਤਾਇਆ, ਉਹਨੂੰ ਲੈ ਆਉਂਦੇ ਆ। ਉਹ ਫਿਰ ਹੋ ਜਾਂਦਾ, ਘਰੋਂ ਅਸੀਂ ਨਿਕਲੇ ਸੀ, ਇਹ ਆਪਣੇ ਅੱਗੇ ਸਕੂਟਰ ਤੇ ਸੀ, ਮੈਂ ਪਿੱਛੇ ਸਕੂਟਰ ਤੇ ਸੀ, ਉਹ ਕਹਾਣੀ ਉਹ ਬਣ ਜਾਂਦੀ ਹੈ। ਤੁਹਾਡੇ ਮਰਡਰ ਕੇਸ 'ਚ ਨਹੀਂ ਸੱਚੇ FIR ਹੁੰਦੀ। ਮਰਡਰ ਕੌਣ ਕਰਦਾ ਹੈ ਕਿ ਹੁੰਦਾ ਕਿਤੇ ਹੈ, ਇਨਵੈਸਟੀਗੇਸ਼ਨ ਕਰਕੇ ਪਤਾ ਕਰ ਲੈਂਦੇ ਆ ਕਿਹਨੇ ਕੀਤਾ, ਫਿਰ ਘਰ ਦਾ ਇੱਕ ਬੰਦਾ ਹੈ, ਉਹ ਗਵਾਹ ਬਣ ਜਾਂਦਾ ਹੈ ਕਿ ਮੈਂ ਦੇਖਿਆ, ਮੇਰੇ ਸਾਹਮਣੇ ਮਾਰੀ। ਇਸ ਜੈਨੂਅਨ ਇਨਵੈਸਟੀਗੇਸ਼ਨ ਨਹੀਂ ਹੈ। ਫਿਰ ਪੁਲਿਸ ਪੈਡਿੰਗ ਬਹੁਤ ਕਰਦੀ ਹੈ ਹਰ ਕੇਸ ਦੇ ਵਿੱਚ, ਉਹ ਪੈਡਿੰਗ 'ਚ ਮਰ ਜਾਂਦੀ ਹੈ। ਤੁਸੀਂ ਦੇਖੋ, ਕੋਈ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਨਾਰਕੋਟਿਕਸ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਬੰਦੇ ਨੂੰ ਫੜਨ ਤੋਂ ਪਹਿਲਾਂ ਦੱਸੋਗੇ ਕਿ ਮੈਂ ਨਾਰਕੋਟਿਕਸ ਦਾ ਹੈਗਾ, ਤੇਰੀ ਮੈਂ ਤਲਾਸ਼ੀ ਲੈਣੀ ਹੈ, ਮੈਨੂੰ ਸ਼ੱਕ ਹੈ, ਤੈਨੂੰ ਮੇਰੇ ਤੇ ਵਿਸ਼ਵਾਸ ਹੈ, ਕਿਸੇ ਹੋਰ ਤੋਂ ਤਾਂ ਨਹੀਂ ਤਲਾਸ਼ੀ ਲੈਣੀ। ਉਹ ਕੋਈ ਤਾਂ ਮਾਈ ਦਾ ਲਾਲ ਜੰਮੇ ਜਿਹੜਾ ਖਾਵੇ, ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ, ਕਿਉਂਕਿ ਉਹਨੂੰ ਫੜ ਕੇ ਉਹਦੇ ਸਾਈਨ ਕਰਾਏ ਹੁੰਦੇ ਆ। ਹੁਣ ਜੇ ਲਾਅ ਮੇਕਰ ਸਮਝਣ ਕਿ ਇਹ ਲਾਅ ਬੜਾ ਵਧੀਆ ਬਣਾਇਆ, ਲਾਹਨਤ ਆਉਣਾ, ਇਹ ਲਾਅ ਮੇਕਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮਿਸਯੂਜ਼ ਹੋ ਰਿਹਾ ਹੈ। ਹੁੰਦਾ ਕੀ ਹੈ, ਮੈਂ ਦੱਸਦਾ ਭੱਜ ਜੀ ਕੀ ਹੈ, ਸਾਡੇ ਮੁਲਕ ਦੀ ਪ੍ਰੋਬਲਮ ਕੀ ਹੈ, ਅਸੀਂ ਲਾਅ ਤੇ ਰਿਸਰਚ ਨਹੀਂ ਕਰਦੇ। ਹੁਣ ਵੈਸਟਰਨ ਵਰਲਡ ਹੈ, ਉਹਦੇ ਵਿੱਚ ਲਾਅ ਤੇ ਕ੍ਰਾਈਮ ਤੇ ਯੂਨੀਵਰਸਿਟੀ ਨੂੰ ਰਿਸਰਚ ਦਿੱਤੀ ਜਾਂਦੀ ਹੈ। ਇੱਥੇ ਜੇ ਰਿਸਰਚ ਯੂਨੀਵਰਸਿਟੀ ਨੂੰ ਦਿੱਤੀ ਜਾਵੇ, ਇਸੇ ਤੇ ਹੀ ਲੈ ਲਓ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਤੇ, ਫਿਰ ਉਹ ਰਿਸਰਚ 'ਚ ਪਤਾ ਲੱਗੂ ਜੈਨੂਅਨ ਇਨਵੋਲਵਡ ਕਿੰਨੇ ਸੀਗੇ, ਝੂਠੇ ਕਿੰਨੇ ਸੀ, ਪੁਲਿਸ ਨੇ ਕੀ ਧੱਕੇ ਕੀਤੇ। ਉਹ ਰਿਸਰਚ ਲਿਆ ਕੇ ਥੀਸਿਸ ਆਉਣਗੇ ਕਾਲਜਿਸ ਦੇ ਵਿੱਚ, ਉਹ ਵਿੱਚ ਸ਼ੇਅਰ ਹੋਣਗੇ ਗਵਰਨਮੈਂਟ ਨਾਲ, ਗਵਰਨਮੈਂਟ ਫਿਰ ਸੋਧ ਕਰੂਗੀ ਆਪਣੇ ਲਾਅ ਦੇ ਵਿੱਚ ਉਹਦੇ ਅਨੁਸਾਰ। ਪਰ ਐਸਾ ਕਰਦੇ ਨਹੀਂ। ਫਾਈਨੈਂਸ ਕਰਨੀਆਂ ਚਾਹੀਦੀਆਂ ਇਨਵੈਸਟੀਗੇਸ਼ਨ, ਤੁਹਾਨੂੰ ਮੈਟਰੀਮੋਨੀਅਲਸ ਤੇ ਕਰਨੀਆਂ ਚਾਹੀਦੀਆਂ, ਤੁਹਾਨੂੰ ਇਹ ਨਾਰਕੋਟਿਕਸ ਤੇ ਕਰਨੀ ਚਾਹੀਦੀ ਹੈ ਕਿ ਆਖਰ ਨਾਰਕੋਟਿਕਸ 'ਚ ਫਸਦੇ ਕਿਵੇਂ ਆ ਬੰਦੇ, ਟ੍ਰੈਪ ਕਿਵੇਂ ਹੁੰਦੇ ਆ ਬੰਦੇ, ਕਸਟਮਰਸ ਕਿਵੇਂ ਕ੍ਰੀਏਟ ਕੀਤੇ ਜਾਂਦੇ ਆ, ਕਿਹਨੂੰ ਵਨ ਟਾਈਮ ਡਰੱਗ ਦੇ ਕੇ ਉਹਨੂੰ ਐਡਿਕਟ ਬਣਾ ਲਿਆ ਜਾਂਦਾ ਹੈ, ਕਿੱਦਾਂ ਗੈਂਗਸ ਚੱਲਦੇ ਆ। ਇਹਦੇ ਤੇ ਬਹੁਤ ਬੜੀ ਰਿਸਰਚ ਦੀ ਲੋੜ ਹੈ, ਬਟ ਨੋ ਵਨ ਇਜ਼ ਡੂਇੰਗ ਰਿਸਰਚ। ਹੁਣ ਰੇਤਾ ਹੈ, ਮਾਈਨਿੰਗ, ਕਿੱਦਾਂ ਰੇਤਾ ਚੋਰੀ ਹੁੰਦਾ, ਕਿੱਦਾਂ ਕੱਢਿਆ ਜਾਂਦਾ, ਰਿਸਰਚ ਹੀ ਕੋਈ ਨਹੀਂ ਇਹਦੇ ਤੇ। ਇਹਦੇ ਤੇ ਰਿਸਰਚ ਹੋਣੀ ਚਾਹੀਦੀ ਹੈ, ਓਨਲੀ ਦੈਨ ਯੂ ਵਿਲ ਬੀ ਏਬਲ ਟੂ ਮੋਨੀਟਰ ਇਟ। ਹੁਣ ਲਾਅ ਤਾਂ ਫਟਾਫਟ ਬਣਾ ਦਿੰਦੇ ਆ, ਜਿਵੇਂ ਟੋਕੇ ਦੀ ਮਸ਼ੀਨ ਹੈ, ਟਕ 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 ਅਸੈਂਬਲੀ 'ਚ ਚੱਲਦਾ, ਪਾਰਲੀਮੈਂਟ ਚੱਲਦਾ, ਲਾਅ ਬਣ ਕੇ ਆ ਜਾਂਦਾ। ਲਾਅ ਦੇ ਪਿੱਛੇ ਰਿਸਰਚ ਕਿੱਥੇ ਹੈ? ਰੇਪ ਕੇਸ ਹੈ, ਰੇਪ ਕੇਸ ਤੇ ਤੁਸੀਂ ਰਿਸਰਚ ਕਰੋ, ਕੋਈ ਰਿਸਰਚ ਹੈ ਹੀ ਨਹੀਂ। ਡੇਟਾ ਲੈ ਲੈਂਦੇ ਆ, ਬਹੁਤ ਘੱਟ ਕਨਵਿਕਸ਼ਨ ਹੈ ਜੀ, ਸਜ਼ਾ ਵਧਾ ਦਿਓ, ਰੇਪ ਵੱਧ ਕੇ ਸਜ਼ਾ ਵਧਾ ਦਿਓ। ਸਜ਼ਾ ਵਧਾਉਣਾ ਕੀ ਕਰੋਗੇ? ਝੂਠੇ ਬੰਦਿਆਂ ਨੂੰ ਫਾਹੇ ਲਾ ਦੋਗੇ, ਫੜ ਫੜ ਕੇ ਨਜਾਇਜ਼ ਰੇਪ ਦੇ ਕੇਸ ਰਜਿਸਟਰ ਹੁੰਦੇ ਆ। ਜਿਹੜੇ ਜੈਨੂਅਨ ਹੁੰਦੇ ਆ, ਉਹ ਲੋਕੀ ਸਾਹਮਣੇ ਨਹੀਂ ਆਉਂਦੇ, ਉਹ ਡਰ ਜਾਂਦੇ ਆ ਕਿ ਕਿੰਨਾ ਜ਼ਿਆਦਾ ਖਿੱਚਾ ਤਾਨੀ ਪੁਲਿਸ ਦੀ ਹੋਣੀ ਹੈ, ਕੋਰਟਸ ਦੀ ਹੋਣੀ ਹੈ, ਬਦਨਾਮੀ ਹੋਣੀ ਹੈ। ਮੇਜਰ ਜੈਨੂਅਨ ਕੇਸਿਸ ਆਫ ਰੇਪਸ ਡੋਂਟ ਇਮਰਜ, ਡੋਂਟ ਕਮ ਔਨ ਸਰਫੇਸ। ਉਹ ਰਿਪੋਰਟਿੰਗ ਨਹੀਂ ਹੁੰਦੀ ਹੈਗੀ। ਰਿਪੋਰਟ ਇਹਦੀ ਰਿਸਰਚ ਕਰੋਗੇ ਤਾਂ ਪਤਾ ਲੱਗੂਗਾ ਤੁਹਾਨੂੰ ਕਿੰਨੇ ਅਨਰਿਪੋਰਟਡ ਜਾਂਦੇ ਆ। ਜਦ ਤੁਸੀਂ ਲੋਕੀ ਸੀਕ੍ਰੀਟਲੀ ਮਿਲਣਗੇ ਯੰਗਸਟਰਸ ਨੂੰ, ਉਹਨਾਂ ਨੂੰ ਪੁੱਛਣਗੇ ਜਾਂ ਸੀਨੀਅਰਸ ਨੂੰ ਆਪਣੇ ਯੰਗਰ ਡੇਜ਼ ਦਾ ਦੱਸਣਗੇ ਕਿ ਹਾਊ ਰੇਪ ਹੈਡ ਹੈਪਨਡ। ਹੁਣ ਆ ਰਿਹਾ ਰਿਸਰਚ ਦੇ ਵਿੱਚ ਕਿ ਕਿੱਦਾਂ ਰੇਪਸ ਹੁੰਦੇ ਆ, ਕਿੱਦਾਂ ਕ੍ਰਾਈਮਸ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਦੀ ਉਹਨਾਂ ਆ ਮੀ ਟੂ ਕੰਪੇਨ ਕਿੰਨੀ ਲੇਟ ਲੋਕੀ ਨਿਕਲੇ ਆ, ਉਦੋਂ ਹਿੰਮਤ ਨਹੀਂ ਪਈ, ਹੁਣ ਹਿੰਮਤ 15 ਸਾਲ
40 years 50 years ਰਹੀਆਂ। ਦੇ ਸਪੀਕ ਕਿ ਰੌਟ ਅੱਜ ਦਾ ਨਹੀਂ ਹੈ, ਰੌਟ ਸ਼ੁਰੂ ਦਾ ਚੱਲਿਆ ਆਉਂਦਾ ਹੈ, ਪਰ ਇਹ ਰੌਟ ਨੂੰ ਦੂਰ ਕਿਵੇਂ ਕਰਨਾ ਹੈ? ਇਸੇ ਤਰ੍ਹਾਂ ਟੈਰਰਿਸਟ ਐਕਟ ਦੀ ਕ੍ਰਾਈਮ ਦੀ ਗੱਲ ਹੈ, ਕ੍ਰਾਈਮ ਹੈ ਵੀ ਜੈਨੂਅਨ, ਬਚ ਵੀ ਜਾਂਦੇ ਆ, ਛੁੱਟ ਵੀ ਜਾਂਦੇ ਆ, ਪਰ ਧੱਕੇ ਵੀ ਹੁੰਦੇ ਆ, ਦੋਨੇ ਕੁਛ ਹੈ, ਇਹ ਦੋਨੇ ਰੁਕਣੇ ਚਾਹੀਦੇ ਆ। ਜਿਹੜਾ ਗੁਨਾਹਗਾਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜਿਹੜਾ ਇਨੋਸੈਂਟ ਹੈ ਉਹ ਵਿਚਾਰੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਚਲੋ ਟਾਂਡਾ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਸਾਡਾ ਪਰਪਸ ਇਹ ਸੀ, ਜੇ ਕੋਈ ਇਨੋਸੈਂਟ ਆ ਉਹਨਾਂ ਧੱਕਾ ਨਹੀਂ ਹੋਣਾ ਚਾਹੀਦਾ, ਜੇ ਕੋਈ ਵਾਕਿਆ ਕੋਈ ਜਿਹਨੇ ਕ੍ਰਾਈਮ ਕੀਤਾ ਹੈਗਾ ਉਹਨੂੰ ਰੂਲ ਮੁਤਾਬਕ ਸਜ਼ਾ ਮਿਲਣੀ ਚਾਹੀਦੀ। ਇਨੋਸੈਂਟ ਨੂੰ ਇਹ ਨਾ ਹੋਵੇ ਜ਼ਬਰਦਸਤੀ ਕੋਈ ਉਹਦੇ ਤੇ ਜਿਹੜਾ ਹੈਗਾ ਕੋਈ ਧੱਕਾ ਹੋ ਜਾਵੇ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ, ਬਹੁਤ ਮਿਹਰਬਾਨੀ ਟਾਂਡਾ ਸਾਹਿਬ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਜੈ ਹਿੰਦ। ਥੈਂਕ ਯੂ।